ਹਉ ਬਲਿਹਾਰੀ ਸਤਿਗੁਰ ਚਰਨ, ਦਰਸ਼ਨ ਪਿਆਸੀ ਦਿਨ ਸੁਰਾਤ। ਚਿਤਵੋ ਅੰਧਨ ਨੀਤ, ਖੋਲ ਕਪਟ ਗੁਰ ਮੇਲਿਆ। ਨਾਨਕ ਹਰ ਸੰਗ ਮੀਤ, ਸਾਜਨ ਤੇਰੇ ਚਰਨ ਕੀ। ਹੋਏ ਰਹਾ ਸਦ ਤੂਰ, ਨਾਨਕ ਸ਼ਰਨ ਤੁਹਾਰੀਆ। ਵੇਖੋ ਸਦਾ ਹਜੂਰ, ਆਏ ਪ੍ਰਭ ਸ਼ਰਨਾਗਤੀ। ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ। ਨਾਨਕ ਹੋਤ ਨਿਹਾਲ, ਏਕ ਓੰਕਾਰ ਸਤਿਗੁਰੂ। ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਚੇਤੀ ਮਹਲਾ ਪਹਿਲਾ। ਮੁਦਰਾ ਤੇ ਘਟ ਭੀਤਰ ਮੁੰਦਰਾ, ਕਾਇਆ ਕੀਜੈ ਖਿੰਥਾਤਾ। ਪੰਚ ਚੇਲੇ ਵਸ ਕੀਜੈ ਰਾਵਲ, ਏ ਮਨ ਕੀਜੈ ਡੰਡਾਤਾ। ਮੁੰਦਰਾ ਤੇ ਘਟ ਭੀਤਰ ਮੁੰਦਰਾ, ਕਾਇਆ ਕੀਜੈ ਖਿੰਥਾਤਾ। ਪੰਚ ਚੇਲੇ ਵਸ ਕੀਜੈ ਰਾਵਲ, ਏ ਮਨ ਕੀਜੈ ਡੰਡਾਤਾ। ਜੋਗ ਜੁਗ ਤੇਵ ਪਾਵਿਸਤਾ, ਏਕ ਸ਼ਬਦ ਦੂਜਾ ਹੋਰ ਨਾਸਤ। ਕੰਦ ਮੂਲ ਮਨ ਲਾਵਸਤਾ ਰਹਾਉ, ਏਕ ਸ਼ਬਦ ਦੂਜਾ ਹੋਰ ਨਾਸਤ। ਕੰਦ ਮੂਲ ਮਨ ਲਾਵਸਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ। ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ, ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਚੇਤੀ ਮਹਲਾ ਪਹਿਲਾ। ਮੁੰਦਰਾ ਤੇ ਘਟ ਭੀਤਰ ਮੁੰਦਰਾ, ਕਾਇਆ ਕੀਜੈ ਖਿੰਥਾਤਾ। ਪੰਚ ਚੇਲੇ ਵਸ ਕੀਜੈ ਰਾਵਲ,
हे मन कीजै दंडाता जोग जुग देव पावसता एक शब्द दूजा होर नासत कंद मूल मन लावसता एक शब्द दूजा होर नासत कंद मूल मन लावसता। वाहिगुरु ਇਹ ਪਵਿੱਤਰ ਸ਼ਬਦ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਗੌੜੀ ਦੇ ਵਿੱਚ 155 ਅੰਗ ਦਾ ਆਖਰੀ ਸ਼ਬਦ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਗੀਆਂ ਦੇ ਨਾਲ ਵੀ ਮੇਲ ਮਿਲਾਪ ਹੁੰਦਾ ਰਿਹਾ। ਇੱਕ ਵਾਰ ਇਹ ਜੋਗੀ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਿਲਣ ਵਾਸਤੇ ਆਉਂਦੇ ਆ ਔਰ ਜੋਗੀਆਂ ਨੇ ਬੜੀ ਕੋਸ਼ਿਸ਼ ਕੀਤੀ ਵੀ ਜੇ ਗੁਰੂ ਨਾਨਕ ਸਾਡਾ ਚੇਲਾ ਬਣ ਜਾਵੇ, ਜੋਗੀ ਬਣ ਜਾਵੇ, ऐसा जोगी कली में कीजै हमरा पंथ उजियाला, भी साडा पंथ है जिहड़ा गोरखनाथ दा इहनूं बहुत प्रगट करेगा। पर धन गुरु नानक पातशाह ता परमेश्वर दे स्वरूप सारी सृष्टि दे मालक है, इसे करके वो किसी एक पंथ विच नहीं बझे, ना हिंदुआं दे, ना मुगलों मुसलमानां दे, ना जोगियां दे। वो सब दे मालक है, सब नूं सीधे रस्ते पाउण आए आ। ते ये जोगी धन गुरु नानक देव महाराज जी नूं आ करके कहंदे आ कि साडे जोग विच बड़ा आनंद है, तुसीं जोग मत नूं धारण करो। पातशाह कहने की करना पवेगा, कहते बस घोल मोन होके कन विच मुंदरा पा लो ते बगली चक के संसार विच मंगना जाओ। धन गुरु नानक देव जी फिर अगे इन्हां दीयां विचारां दा, इन्हां दीयां गल्लां दा जवाब दिंदे ना। कहंदे जोगी असल दे विच तां ਕੰਨ ਵਿੱਚ ਕੰਚ ਦੀ ਮੁੰਦਰ ਨਹੀਂ, ਕੰਨ ਵਿੱਚ ਸ਼ਬਦ ਦਾ ਮੁੰਦਰਾ ਮੰਤਰ ਪਾਉਣਾ ਚਾਹੀਦਾ ਗੁਰੂ ਦਾ। ਹਿਰਦੇ ਵਿੱਚ ਹਰੀ ਦਾ ਮੰਤਰ ਹੋਵੇ ਜੋ ਕੰਨ ਰਾਹੀਂ ਸੁਣ ਕੇ ਹਿਰਦੇ ਵਿੱਚ ਰੱਖਿਆ ਜਾਂਦਾ। ਮੁੰਦਰਾ ਤੇ ਘਟ ਭੀਤਰ ਮੁੰਦਰਾ ਕਾਇਆ ਕੀਜੈ ਖਿੰਥਾਤਾ, ਖਿੰਥਾ ਝੋਲੀ। ਜਿਹੜਾ ਝੋਲੀ ਮੰਗ ਕੇ ਚੱਕਣ ਜਾਣਾ ਹੈ, ਤੁਰਨ ਜਾਣਾ ਹੈ, ਇਹ ਆਪਣੀ ਕਾਇਆ ਨੂੰ ਹੀ ਝੋਲੀ ਬਣਾਓ। ਇਸ ਕਾਇਆ ਦੇ ਵਿੱਚੋਂ ਹੀ ਸਭ ਕੁਝ ਨਿਕਲਦਾ ਹੈ। ਜੋਗੀ ਕਹਿੰਦੇ ਸਾਡੀ ਝੋਲੀ ਦੇ ਵਿੱਚ ਬਹੁਤ ਕੁਝ ਹੈ, ਪਾਤਸ਼ਾਹ ਕਹਿੰਦੇ ਸਰੀਰ ਵਿੱਚ ਬਹੁਤ ਕੁਝ ਹੈ। ਇਹ ਕਾਇਆ ਝੋਲੀ ਹੈ। ਦੇਖੋ ਆਪਾਂ ਕਿਰਤ ਕਰਕੇ ਸਾਰੇ ਲੋਕ ਸਰੀਰ ਰਾਹੀਂ ਕਿਤਨੀ ਕਮਾਈ ਕਰਦੇ ਆ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮੁੰਦਰਾਂ ਪਾਉਣੀਆਂ ਤੇ ਕੰਨ ਵਿੱਚ ਗੁਰੂ ਦਾ ਸ਼ਬਦ ਪਾਓ। ਝੋਲੀ ਚੱਕਣ ਦੀ ਭਾਵ ਮੰਗਣ ਦੀ ਲੋੜ ਨਹੀਂ, ਕਿਰਤ ਕਰੋ। ਔਰ ਪੰਜ ਚੇਲੇ ਵਸ ਕੀਜੈ ਰਾਵਲ। ਰਾਵਲ ਜੋਗੀਆਂ ਨੂੰ ਕਹਿੰਦੇ ਆ। ਕਹਿੰਦੇ ਜੋਗੀ ਇਹਨਾਂ ਪੰਜਾਂ ਵਿਕਾਰਾਂ ਨੂੰ, ਇਹਨਾਂ ਪੰਜਾਂ ਚੇਲਿਆਂ ਨੂੰ ਵਸ ਕਰਕੇ ਰੱਖ। ਇਹ ਮਨ ਕੀਜੈ ਡੰਡਾਤਾ, ਤੇ ਮਨ ਨੂੰ ਡੰਡੇ ਵਾਂਗੂ ਸਿੱਧਾ ਕਰ ਸ਼ਬਦ ਦੇ ਨਾਲ। ਜਿਵੇਂ ਡੰਡੇ ਉੱਤੇ ਗੰਢਾਂ ਹੁੰਦੀਆਂ ਨਾ, ਬਾਂਸ ਦੇ ਡੰਡੇ ਤੇ ਗੰਢਾਂ ਹੁੰਦੀਆਂ,
ਤਾਂ ਤਰਖਾਣ ਜਿਹੜਾ ਹੈ ਉਸ ਨੂੰ ਤੇਸੇ ਨਾਲ ਘੜ ਕੇ ਬਿਲਕੁਲ ਸਾਫ਼ ਕਰ ਦਿੰਦਾ, ਗੰਢਾਂ ਲਾਹ ਦਿੰਦਾ। ਸਾਡੇ ਮਨ ਵਿੱਚ ਵੀ ਬਹੁਤ ਸਾਰੀਆਂ ਗੰਢਾਂ ਪੈ ਚੁੱਕੀਆਂ, ਵਿਸ਼ੇ ਵਿਕਾਰਾਂ ਦੀਆਂ, ਦੂਈ ਦਵੈਤ ਦੀਆਂ, ਈਰਖਾ, ਨਿੰਦਿਆ, ਚੁਗਲੀ ਦੀਆਂ। ਗੁਰੂ ਦੇ ਸ਼ਬਦ ਨਾਲ ਇਹਨਾਂ ਗੰਢਾਂ ਨੂੰ ਲਾਹ ਕੇ ਡੰਡੇ ਦੀ, ਜੋਗੀ ਵਾਲੇ ਡੰਡੇ ਦੀ ਨਿਆਈ ਜਮਾ ਸਾਫ਼ ਕਰ ਲਾ। ਜੋਗੀਆਂ ਕੋਲ ਇੱਕ ਡੰਡਾ ਹੁੰਦਾ ਬੜਾ ਸਾਫ਼, ਜਿਹਦੇ ਵਿੱਚ ਬਗਲੀ ਪਾ ਕੇ ਮੋਢੇ 'ਤੇ ਰੱਖਦੇ ਆ। ਸਤਿਗੁਰ ਪਾਤਸ਼ਾਹ ਕਹਿੰਦੇ ਡੰਡਾ ਚੱਕਣ ਦੀ ਲੋੜ ਨਹੀਂ, ਬਗਲੀ ਚੱਕਣ ਦੀ ਲੋੜ ਨਹੀਂ, ਖਿੰਥਾ ਚੱਕਣ ਦੀ ਲੋੜ ਨਹੀਂ। ਇਹ ਸਰੀਰ ਨੂੰ ਖਿੰਥਾ ਬਣਾਓ ਤੇ ਮਨ ਨੂੰ ਡੰਡਾ ਬਣਾ ਕੇ ਇਹਦੇ ਸਿਰ ਵਿੱਚ ਰੱਖੋ। ਜਿਵੇਂ ਬਗਲੀ ਦੇ ਵਿੱਚ ਡੰਡਾ ਰੱਖਿਆ ਜਾਂਦਾ ਨਾ ਚੱਕਣ ਵਾਸਤੇ, ਬਗਲੀ ਨੂੰ ਮੋਢੇ 'ਤੇ ਰੱਖਦੇ ਆ ਡੰਡੇ ਵਿੱਚ ਸਿਰੇ 'ਤੇ ਪਾ ਕੇ। ਇਹ ਮਨ ਰੂਪੀ ਡੰਡਾ ਜਿਹੜਾ ਹੈ ਨਿਕਲ ਜਾਂਦਾ ਹੈ ਵਾਰ-ਵਾਰ ਸਰੀਰ ਰੂਪੀ ਝੋਲੀ 'ਚੋਂ। ਇਹਨੂੰ ਇਹਦੇ ਵਿੱਚ ਪਾ ਕੇ ਰੱਖੋ। ਦੱਸਦੇ ਆ ਕਿ ਗੋਰਖਨਾਥ ਜਦੋਂ ਆਪਣੇ ਰਾਜਿਆਂ ਨੂੰ ਚੇਲੇ ਬਣਾਉਂਦਾ ਸੀ ਨਾ, ਕਿ ਜਦੋਂ ਰਾਜੇ ਪਹਿਲਾਂ ਉਹਦੀਆਂ ਗੱਲਾਂ ਵਿੱਚ ਆ ਕੇ ਉਹਦੇ ਚੇਲੇ ਬਣ ਜਾਂਦੇ, ਜੋਗੀ ਬਣ ਜਾਂਦੇ, ਪਰ ਫਿਰ ਜਦੋਂ ਚੱਲਦੀ ਉਸ ਰਸਤੇ 'ਤੇ ਬੜੇ ਦੁਖੀ ਹੁੰਦੇ, ਫਿਰ ਘਰ ਚਲੇ ਜਾਂਦੇ। ਗੋਰਖਨਾਥ ਨੇ ਵੇਖਿਆ ਕਿ ਇਹਨਾਂ ਦੇ ਕੋਈ ਪੱਕੀ ਨਿਸ਼ਾਨੀ ਲਾਈਏ, ਜਿਹੜੇ ਵਿਚਾਲੇ ਛੱਡ ਕੇ ਭੱਜ ਜਾਂਦੇ ਆ। ਤੇ ਕਹਿੰਦੇ ਗੋਰਖਨਾਥ ਨੇ ਫਿਰ ਕੰਨ ਪਾੜ ਕੇ ਮੁੰਦਰਾਂ ਪਾਉਣੀਆਂ ਸ਼ੁਰੂ ਕੀਤੀਆਂ ਤਾਂ ਕਿ ਪਤਾ ਲੱਗੇ ਮੇਰਾ ਚੇਲਾ ਬਣਿਆ ਸੀ। ਤਾਂ ਖੈਰ ਸਤਿਗੁਰ ਪਾਤਸ਼ਾਹ ਕਹਿੰਦੇ ਇਹ ਮੁੰਦਰਾਂ ਪਾਉਣ ਦੀ ਲੋੜ ਨਹੀਂ ਹੈ ਜੋਗੀਆ। ਮੁੰਦਰਾ ਹੁੰਦਾ ਮੰਤਰ। ਮੁੰਦਰਾ ਕੰਨ ਦੀ ਮੁੰਦਰ ਵੀ ਹੈ, ਕੰਚ ਦੀ, ਪਿੱਤਲ ਦੀ, ਤਾਂਬੇ ਦੀ, ਸੋਨੇ ਚਾਂਦੀ ਦੀਆਂ ਮੁੰਦਰਾਂ ਲੋਕ ਪਾਉਂਦੇ। ਅੱਜ ਕੱਲ੍ਹ ਜਵਾਕਾਂ ਨੇ ਸ਼ੌਂਕੀਆ ਪਾਉਣੀਆਂ ਸ਼ੁਰੂ ਕਰ ਲਈਆਂ, ਪਰ ਅਸਲ ਦੇ ਵਿੱਚ ਸਾਡੇ ਕੰਨ ਵਿੱਚ ਗੁਰੂ ਦਾ ਮੰਤਰ ਪੈਣਾ ਚਾਹੀਦਾ ਹੈ। ਮੁਦਰਾ ਦਾ ਦੂਸਰਾ ਅਰਥ ਹੈ ਤੁਹਾਡਾ ਚੌਂਕੜੀ ਮਾਰ ਕੇ ਬੈਠਣ ਦਾ ਢੰਗ। ਇਹ ਢੰਗ ਵੀ ਗੁਰੂ ਦੇ ਕੋਲੋਂ ਸਿੱਖ ਬੈਠਣਾ ਕਿਵੇਂ ਹੈ, ਬਹਿਣੀ, ਰਹਿਣੀ, ਕਹਿਣੀ, ਸਹਿਣੀ, ਇਹ ਗੁਰੂ ਦੱਸੇਗਾ। ਇਹ ਗੁਰੂ ਦਾ ਮੰਤਰ ਆਪਣੇ ਕੰਨ ਰੂਪੀ ਹਿਰਦੇ ਦੇ ਵਿੱਚ ਪਾ। ਮੁੰਦਰਾ ਤੇ ਘਟ ਭੀਤਰ ਮੁੰਦਰਾ, ਬਾਹਰਲੀਆਂ ਮੁੰਦਰਾਂ ਨਹੀਂ ਪਾਉਣੀਆਂ। ਕਾਇਆ ਕੀਜੈ ਖਿੰਥਾਤਾ, ਕਾਇਆ ਨੂੰ ਝੋਲੀ ਬਣਾ, ਭਾਵ ਸਰੀਰ ਤੋਂ ਕਮਾਈ ਕਰਕੇ ਲੈ। ਸਰੀਰ ਕਰਕੇ ਆਪਾਂ ਦਿਹਾੜੀ ਕਰਦੇ ਆ ਤੇ ਆਥਣ ਨੂੰ 200, 400, 500, 700, 800, 1000 ਜੈਸਾ ਵੀ ਕਿਸੇ ਦਾ ਕੰਮ ਹੈ, ਕਮਾਈ ਕਰਕੇ ਲਿਆਉਂਦਾ। ਸਾਰਾ ਕੰਮ ਆਪਾਂ ਸਰੀਰ ਨਾਲ ਹੀ ਕਰਦੇ ਹਾਂ, ਮਜ਼ਦੂਰ ਤੋਂ ਲੈ ਕੇ ਅਫਸਰ ਤੱਕ, ਛੋਟੇ ਤੋਂ ਲੈ ਕੇ ਵੱਡੇ ਤੱਕ। ਸਰੀਰ ਵਿੱਚ ਤੰਦਰੁਸਤੀ ਹੈ ਤੇ ਆਪਾਂ ਸਭ ਕੁਝ ਕਰ ਸਕਦੇ ਹਾਂ। ਸਰੀਰ ਦੇ ਨਾਲ ਕਮਾਈ ਕਰਦੇ ਹਾਂ। ਜੋਗੀ ਨੂੰ ਕਹਿੰਦੀ ਉਹ ਮੰਗਣ ਨਾ ਜਾ, ਕਿਰਤ ਕਰ। ਸਤਿਗੁਰਾਂ ਦਾ ਬਚਨ ਹੈ ਸਾਡੇ ਵਾਸਤੇ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਪਾਤਸ਼ਾਹ ਕਹਿੰਦੇ ਕਿਰਤ ਕਰੋ। ਸਰੀਰ ਰੂਪੀ ਝੋਲੀ ਦੇ ਵਿੱਚੋਂ ਹੀ ਸਭ ਕੁਝ ਨਿਕਲੇਗਾ। ਜਿਵੇਂ ਪ੍ਰੀਤਮ ਜਪਜੀ ਸਾਹਿਬ ਵਿੱਚ ਕਹਿੰਦੇ ਆ, ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਗੁਰ ਕੀ ਸਿੱਖ ਸੁਣੀ। ਜੇ ਗੁਰੂ ਦੀ ਸਿੱਖਿਆ ਗ੍ਰਹਿਣ ਕਰ ਲਈ ਤਾਂ ਤੇਰੀ ਮਤ ਵਿੱਚੋਂ ਹੀਰੇ ਜਵਾਹਰਾਤ ਮੋਤੀ ਮਾਨਕ ਨਿਕਲ ਸਕਦੇ ਆ। ਹੁਣ ਇਹ ਮਤ ਸੋਚੋ ਕਿ ਦਿਮਾਗ ਦੇ ਵਿੱਚ ਕੋਈ ਕੰਚ ਦੇ ਮੋਤੀ ਹੀਰੇ ਹੋਣਗੇ। ਅਸਲ ਦੇ ਵਿੱਚ ਇਹ ਸ਼ਬਦ ਹੀ ਹੀਰਿਆਂ ਮੋਤੀਆਂ ਤੋਂ ਕੀਮਤੀ ਹੈ। ਆਪਣੀ ਮਤ ਦੇ ਗਿਆਨ ਨਾਲ ਅਸੀਂ ਕੰਮ ਕਰਕੇ ਕਿਤਨੀ ਕਮਾਈ ਕਰ ਸਕਦੇ ਹਾਂ। ਹੀਰੇ ਜਵਾਹਰਾਤ ਮੋਤੀ ਇਹਦੇ ਵਿੱਚੋਂ ਹੀ ਨਿਕਲਦੇ ਆ। ਅਸੀਂ ਆਪਣੇ ਦਿਮਾਗ ਦੇ ਨਾਲ ਗੁਰੂ ਦੀ ਸਿੱਖਿਆ ਲੈ ਕੇ, ਪਾਤਸ਼ਾਹ ਕਹਿੰਦੇ ਨਾ ਨਿਕਲਣਗੇ ਮੋਤੀ ਤਾਂ ਜੇ ਗੁਰੂ ਦੀ ਸਿੱਖਿਆ ਲਏਗਾ। ਜਿਨ੍ਹਾਂ ਨੇ ਗੁਰੂ ਕੋਲੋਂ ਸਿੱਖਣਾ ਕੀਤਾ, ਕਿਸੇ ਨੇ ਕਥਾ, ਕਿਸੇ ਨੇ ਕੀਰਤਨ, ਕਿਸੇ ਨੇ ਵਪਾਰ, ਕਿਸੇ ਨੇ ਖੇਤੀਬਾੜੀ, ਕਿਸੇ ਨੇ ਦੁਕਾਨਦਾਰੀ, ਕਿਸੇ ਨੇ ਕੁਝ, ਕਿਸੇ ਨੇ ਕੁਝ। ਹਜ਼ਾਰਾਂ ਤਰ੍ਹਾਂ ਦੇ ਕੰਮ ਹੈ, ਪਰ ਹਰ ਮਨੁੱਖ ਨੂੰ ਕਿਤੋਂ ਨਾ ਕਿਤੋਂ ਸਿੱਖਣੇ ਪਏ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿੱਥੇ ਸੰਸਾਰੀ ਉਸਤਾਦ ਸਾਨੂੰ
ਮਾਇਆ ਕਮਾਉਣ ਦੀ ਜਾਣਕਾਰੀ ਦਿੰਦੇ ਆ, ਰੋਜੀ ਰਿਜ਼ਕ ਦਾ ਗਿਆਨ ਦਿੰਦੇ ਆ। ਉੱਥੇ ਅਧਿਆਤਮਾ ਗੁਰੂ ਨਾਨਕ ਸਾਨੂੰ ਇਹ ਵੀ ਦੱਸਦਾ ਹੈ ਕਿ ਇਹਨਾਂ ਸਾਰੇ ਸਰੀਰਾਂ ਨੂੰ ਪਾਲਣ ਵਾਲਾ ਪਰਮੇਸ਼ਰ ਇੱਕ ਹੈ। ਬਣਾਉਣ ਵਾਲਾ, ਪਾਲਣ ਵਾਲਾ, ਸੰਭਾਲਣ ਵਾਲਾ ਉਹ ਪਰਮੇਸ਼ਰ ਇੱਕ ਹੈ, ਦੋ ਨਹੀਂ ਹੈ, ਰੱਬ ਤਿੰਨ ਨਹੀਂ ਹੈ, ਇੱਕੋ ਹੀ ਆ। ਸਭਨਾ ਜੀਆਂ ਕਾ ਇੱਕ ਦਾਤਾ। ਉਹ ਜਿਹੜਾ ਇੱਕ ਦਾਤਾ ਪਰਮੇਸ਼ਰ ਹੈ, ਯਾਦ ਰੱਖੋ ਸੋ ਮੈਂ ਵਿਸਰ ਨਾ ਜਾਈ। ਉਹਨੂੰ ਭੁੱਲ ਨਾ ਜਾਇਓ, ਉਹਨੂੰ ਵੀ ਯਾਦ ਰੱਖੋ। ਪਹਿਲਾਂ ਮਾਂ ਗੁਰੂ ਬਣੀ, ਫਿਰ ਪਿਤਾ ਗੁਰੂ ਬਣਿਆ, ਫਿਰ ਉਸਤਾਦ ਗੁਰੂ ਬਣੇ, ਮਾਸਟਰ ਗੁਰੂ ਬਣੇ, ਤੇ ਚੌਥਾ ਗੁਰੂ ਨਾਨਕ ਗੁਰੂ ਬਣਦਾ। ਪਰ ਜੇ ਤੁਸੀਂ ਪਿਛਲੇ ਤਿੰਨਾਂ ਗੁਰੂਆਂ ਦੀ ਗੱਲ ਸੁਣ ਲਈ, ਚੌਥੇ ਦੀ ਨਹੀਂ ਸੁਣੀ, ਤਾਂ ਵੀ ਜੀਵਨ ਸਫਲਾ ਨਹੀਂ ਹੋਣਾ। ਭਾਵ ਗੁਰੂ ਵਾਲੇ ਬਣਨਾ ਬੜਾ ਜ਼ਰੂਰੀ ਹੈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ, ਹੇ ਰਾਵਲ, ਹੇ ਜੋਗੀ, ਪੰਜ ਚੇਲੇ ਵਸ ਕੀਜੈ ਰਾਵਲ। ਜਿਹੜੇ ਪੰਜ ਤੇਰੇ ਇਹ ਗਿਆਨ ਇੰਦਰੇ ਹਨ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਇਹਨਾਂ ਨੂੰ ਆਪਣੇ ਕਾਬੂ ਵਿੱਚ ਰੱਖ। ਤੇਰਾ ਹੱਥ ਤੇਰੀ ਮਰਜ਼ੀ ਨਾਲ ਚੱਲੇ, ਵਿਸ਼ੇ ਵਿਕਾਰਾਂ ਦੀ ਮਰਜ਼ੀ ਨਾਲ ਨਾ ਚੱਲੇ। ਤੇਰਾ ਪੈਰ ਤੇਰੀ ਮਰਜ਼ੀ ਨਾਲ ਚੱਲੇ, ਤੇਰੀਆਂ ਅੱਖਾਂ ਤੇਰੀ ਮਰਜ਼ੀ ਨਾਲ ਦੇਖਣ, ਤੇਰੇ ਕੰਨ ਤੇਰੀ ਮਰਜ਼ੀ ਦਾ ਸ਼ਬਦ ਸੁਣਨ, ਤੇਰੀ ਰਸਨਾ ਤੇਰੀ ਮਰਜ਼ੀ ਦੇ ਨਾਲ ਬੋਲੇ। ਪਰ ਹੁਣ ਇਹਨਾਂ ਪੰਜਾਂ ਤੇ ਕਿਹਦਾ ਕਬਜ਼ਾ ਹੈ? ਪੰਜਾਂ ਵਿਕਾਰਾਂ ਦਾ। ਅੱਖਾਂ ਕਾਮ ਦੇਖਦੀਆਂ, ਕੰਨ ਕਾਮ ਦੀਆਂ ਗੱਲਾਂ ਕਰਦੇ ਆ, ਹੱਥ ਕਾਮ ਵਾਸ਼ਨਾ ਵੱਜ ਭੱਜਦੇ ਆ, ਪੈਰ ਠੇਕੇ ਵੱਲ ਭੱਜਦੇ ਆ, ਨਸ਼ਿਆਂ ਵੱਲ ਭੱਜਦੇ ਆ। ਮਤਲਬ ਇਹ ਜੋਗੀ ਦੇ, ਇਹ ਜੀਵ ਦੇ, ਇਹ ਆਪਣੇ ਕਰਮ ਇੰਦਰੇ, ਗਿਆਨ ਇੰਦਰੇ ਕਾਬੂ ਵਿੱਚ ਨਹੀਂ ਹੈ, ਆਪਣੇ ਵਸ ਵਿੱਚ ਨਹੀਂ ਹੈ। ਤੇ ਇਹ ਵਸ ਵਿੱਚ ਆਉਣਗੇ ਗੁਰੂ ਦੀ ਕਿਰਪਾ ਸਦਕਾ। ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਈ। ਪਹਿਲਾਂ ਤਾਂ ਮਨ ਨੂੰ ਵਸ ਕਰਨਾ ਗੁਰੂ ਨੇ, ਫਿਰ ਮਨ ਵਸ ਕਰੇਗਾ ਪੰਜਾਂ ਗਿਆਨ ਇੰਦਰੀਆਂ ਨੂੰ, ਪੰਜਾਂ ਕਰਮ ਇੰਦਰੀਆਂ ਨੂੰ। ਗੁਰੂ ਪਿਆਰਿਓ, ਵਾਹੋ ਦਾਹੀ ਜਿਹੜਾ ਮਨੁੱਖ ਹੈ ਵਿਸ਼ੇ ਵਿਕਾਰੀ, ਵਾਹੋ ਦਾਹੀ ਉਹਦੇ ਪੈਰ ਵਿਸ਼ੇ ਵਿਕਾਰਾਂ ਦੇ ਅੱਡੇ ਵੱਲ ਚਲੇ ਜਾਂਦੇ ਆ। ਜਿਹੜਾ ਨਸ਼ੇੜੀ ਹੈ ਉਸ ਦੇ ਪੈਰ ਵਾਹੋ ਦਾਹੀ ਨਸ਼ਿਆਂ ਦੇ ਅੱਡੇ ਵੱਲ ਚਲੇ ਜਾਂਦੇ ਆ। ਪਰ ਜਿਹਦਾ ਮਨ ਗੁਰੂ ਵਾਲਾ ਬਣ ਗਿਆ, ਗੁਰਮਤਿ ਅਨੁਸਾਰ ਚੱਲ ਪਿਆ, ਉਹਦੇ ਪੈਰ ਗੁਰੂ ਵੱਲ ਜਾਣਗੇ। ਕਹੋ ਸਤਨਾਮ ਸ੍ਰੀ। ਤੀਸਰੇ ਪਾਤਸ਼ਾਹ ਜੀ ਨੇ ਰਾਗ ਬਿਹਾਗੜਾ ਵਿੱਚ ਲਿਖਿਆ ਕਿ ਇਹ ਸਰੀਰ ਦੇ ਸਾਰੇ ਅੰਗ ਕਰਮ ਇੰਦਰੇ, ਗਿਆਨ ਇੰਦਰੇ ਤਾਂ ਸਫਲੇ ਹੈ ਜੇ ਗੁਰੂ ਚਰਨੀ ਲੱਗਦੇ ਹਨ। ਸੋ ਸੀਸ ਭਲਾ ਪਵਿੱਤਰ ਪਾਵਨ ਹੈ। ਉਹ ਸਿਰ ਪਵਿੱਤਰ ਹੈ, ਭਲਾ ਹੈ, ਜੋ ਗੁਰਚਰਨੀ ਲਾਗੇ ਰਾਮ। ਸੇ ਨੇਤਰ ਭਲੇ ਪਵਿੱਤਰ ਪਾਵਨ ਹੈ, ਜੋ ਸਤਿਗੁਰ ਦੇਖੈ ਰਾਮ। ਸੇ ਹਸਤ ਭਲੇ ਪਵਿੱਤਰ ਪਾਵਨ ਹੈ, ਜੋ ਹਰ ਜਸ ਹਰ ਹਰ ਲੇਖੇ ਰਾਮ। ਸੇ ਸਰਬਨ ਭਲੇ ਸ਼ੋਭ ਨੀਕ ਹੈ। ਜੇ ਹਰੀ ਦੀ ਸਿਫਤ ਸੁਣਦੇ ਆ ਉਹ ਕੰਨ ਚੰਗੇ ਆ। ਸੇ ਚਰਨ ਭਲੇ ਹਰ ਮਾਰਗ ਚੱਲੇ ਰਾਮ। ਉਹਨੇ ਪੰਜੇ ਕਰਮ ਇੰਦਰੇ, ਪੰਜੇ ਗਿਆਨ ਇੰਦਰੇ ਸਾਡੀ ਬਾਡੀ ਸਾਡੇ ਕਾਬੂ ਵਿੱਚ ਨਹੀਂ ਹੈ। ਇਸ ਦੇ ਉੱਤੇ ਉਹਨਾਂ ਪੰਜਾਂ ਵਿਕਾਰਾਂ ਦਾ, ਕਾਲ ਦਾ ਕਬਜ਼ਾ ਹੋ ਗਿਆ ਹੈ। ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਕਿੱਧਰ ਨੂੰ ਜਾ ਰਿਹਾ। ਇਸ ਕਰਕੇ ਪਾਤਸ਼ਾਹ ਕਹਿੰਦੇ, ਰਾਵਲ ਓ ਜੋਗੀ, ਪੰਜ ਚੇਲੇ ਵਸ ਕੀਜੈ ਰਾਵਲ। ਇਹ ਮਨ ਕੀਜੈ ਡੰਡਾਤਾ। ਇਹ ਮਨ ਨੂੰ ਡੰਡੇ ਦੀ ਨਿਆਈ ਸਿੱਧਾ ਕਰ ਲਾ। ਨਾਮਦੇਵ ਜੀ ਮਨ ਨੂੰ ਗੱਜ ਦੇ ਨਾਲ ਦਿੰਦੇ ਆ ਤਰਜੀਹ। ਕਹਿੰਦੇ ਦੇਖੋ, ਜਿਸ ਤਰ੍ਹਾਂ ਇੱਕ ਦਰਜੀ ਗੱਜ ਦੇ ਨਾਲ ਗੱਜ ਨੂੰ ਸਿੱਧਾ ਕਰਕੇ ਕੱਪੜੇ ਨੂੰ ਮਿਣਦਾ ਹੈ ਤੇ ਕੈਂਚੀ ਨਾਲ ਕੱਟਦਾ ਹੈ।
ਤੇ ਫਿਰ ਉਸ ਦੇ ਸਿਉਂ ਕਰਕੇ ਕੱਪੜੇ ਬਣਾ ਦਿੰਦਾ। ਭਗਤ ਜੀ ਦਾ ਕੰਮ ਦਰਜੀ ਦਾ ਹੈ, ਇਸ ਕਰਕੇ ਉਹਨਾਂ ਨੇ ਆਪਣੇ ਸ਼ਾਸਤਰਾਂ ਦੇ ਰਾਹੀਂ ਗਿਆਨ ਦਿੱਤਾ, ਆਪਣੀਆਂ ਵਸਤੂਆਂ ਰਾਹੀਂ ਗਿਆਨ ਦਿੱਤਾ। ਮਨ ਮੇਰੋ ਗਜ ਜਿਹਵਾ ਮੇਰੀ ਕਾਤੀ, ਮੇਰਾ ਮਨ ਗਜ ਦੀ ਨਿਆਈ ਹੈ। ਇੱਕ ਤਾਂ ਗਜ ਕੱਪੜੇ ਦਾ ਹੁੰਦਾ, ਗਜ ਲੋਹੇ ਦਾ ਹੁੰਦਾ, ਤੇ ਸਾਡਾ ਮਨ ਕੱਪੜੇ ਦੇ ਗਜ ਵਰਗਾ, ਕਦੇ ਕਿਧਰੇ ਮੁੜ ਜਾਂਦਾ, ਕਦੇ ਕਿਧਰੇ ਮੁੜ ਜਾਂਦਾ। ਇਹਨੂੰ ਸਿੱਧਾ ਕਰਨਾ ਪੈਂਦਾ ਵਾਰ-ਵਾਰ ਕੱਪੜਾ ਮਿਲਣ ਵਾਸਤੇ। ਉਸੇ ਤਰ੍ਹਾਂ ਹੀ ਸਾਡਾ ਮਨ ਜਿਹੜਾ ਹੈ ਇਹ ਵੀ ਇੱਕ ਥਾਂ ਟਿਕਦਾ ਨਹੀਂ। ਭਗਤ ਜੀ ਕਹਿੰਦੇ ਇਹਨੂੰ ਸਿੱਧਾ ਕਰਕੇ ਮੈਂ ਕਿਹੜਾ ਕੱਪੜਾ ਕੱਟਦਾ, ਜਮਾਂ ਦੀਆਂ ਫਾਂਸੀਆਂ। ਮਨ ਮੇਰੋ ਗਜ ਜਿਹਵਾ ਮੇਰੀ ਕਾਤੀ, ਮਨ ਨੂੰ ਮੈਂ ਹਾਥੀ ਦੀ ਆਪਣਾ ਗਜ ਮੀਟਰ ਮਿਲਣ ਵਾਲਾ ਕੱਪੜੇ ਨੂੰ, ਜਿਹੜਾ ਮੇਰਾ ਮਨ ਹੈ ਇਸ ਨੂੰ ਮੈਂ ਸਿੱਧਾ ਕਰਕੇ ਮਿਣ ਕੇ ਜੇ ਰਸਨਾ ਦੀ ਦੇ ਨਾਲ ਕੈਂਚੀ ਨਾਲ ਜਮਾਂ ਦੀਆਂ ਫਾਂਸੀਆਂ ਕੱਟਦਾ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਕੇ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ ਜੋਗੀ ਇਹਨਾਂ ਬਾਹਰਲੀਆਂ ਮੁੰਦਰਾਂ ਦੀ ਲੋੜ ਨਹੀਂ ਹੈ। ਹਿਰਦੇ ਰੂਪੀ ਕੰਨਾਂ ਦੇ ਵਿੱਚ ਗੁਰੂ ਦੇ ਸ਼ਬਦ ਦੀ ਮੁੰਦਰਾ ਪਾ। ਜੋਗ ਜੁਗਤ ਇਹ ਪਾਵਸਤਾ, ਇਸ ਤਰ੍ਹਾਂ ਤੋਂ ਅਸਲੀ ਜੋਗ ਨੂੰ ਪ੍ਰਾਪਤ ਹੋ ਸਕਦਾ। ਇਸੇ ਤਰ੍ਹਾਂ ਦਾ ਇੱਕ ਸ਼ਬਦ ਮੇਰੇ ਪ੍ਰੀਤਮ ਨੇ ਤਿਲੰਗ ਰਾਗ ਵਿੱਚ ਵੀ ਲਿਖਿਆ, ਜੋਗ ਨ ਖਿੰਥਾ ਜੋਗ ਨ ਡੰਡਾ ਜੋਗ ਨ ਭਸਮ ਚੜਾਈਐ। ਝੋਲੀ ਚੱਕ ਕੇ ਨਹੀਂ ਜੋੜਿਆ ਜਾ ਸਕਦਾ। ਜੋਗੀ ਦਾ ਮਤਲਬ, ਜੋਗ ਦਾ ਮਤਲਬ ਪਰਮੇਸ਼ਰ ਨਾਲ ਜੁੜਨਾ ਸੀਗਾ, ਪਰ ਇਸ ਦਾ ਅਰਥ ਹੋਰ ਹੀ ਬਣਾ ਦਿੱਤਾ ਸੰਸਾਰ ਨੇ। ਗੋਰਖਨਾਥ ਵਰਗਿਆਂ ਨੇ ਲੋਕਾਂ ਨੂੰ ਰੂਪ ਤੋਂ ਕੁਰੂਪੀ ਕਰ ਦਿੱਤਾ, ਕੰਨ ਪਾੜ ਕੇ ਮੁੰਦਰਾਂ ਪਾ ਦਿੱਤੀਆਂ। ਵੱਡੇ ਵੱਡੇ ਰਾਜਿਆਂ ਨੂੰ ਜੋ ਸੰਸਾਰ ਦੇ ਕੰਮ ਚਲਾ ਰਹੇ ਸੀਗੇ, ਉਹਨਾਂ ਨੂੰ ਚੱਕ ਕੇ ਜੋਗੀ ਬਣਾ ਕੇ ਜੰਗਲਾਂ ਨੂੰ ਮੰਗਣ ਤੋਰ ਦਿੱਤਾ, ਬਗਲੀ ਚਕਾ ਕਰਕੇ। ਤਾਂ ਬਾਬੇ ਨਾਨਕ ਨੇ ਵੇਖਿਆ ਵੀ ਇਹ ਵੀ ਗਲਤ ਹੈ। ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਇਹ ਸੰਸਾਰ ਨੂੰ ਉਜਾੜਨ ਤੇ ਲੱਗੇ ਹੋਏ ਨੇ। ਤਾਂ ਪਾਤਸ਼ਾਹ ਨੇ ਇਹਨਾਂ ਦੀਆਂ ਗੱਲਾਂ ਨੂੰ ਕੱਟਦੇ ਹੋਏ ਬਚਨ ਉਚਾਰਿਆ, ਜੋਗ ਨ ਖਿੰਥਾ ਜੋਗ ਨ ਡੰਡਾ ਜੋਗ ਨ ਭਸਮ ਚੜਾਈਐ। ਝੋਲੀ ਚੱਕ ਕੇ ਵਿੱਚ ਡੰਡਾ ਪਾ ਕੇ ਜਾਂ ਸਰੀਰ ਤੇ ਸਵਾਹ ਮਲ ਕੇ ਜਟਾਂ ਬਣਾ ਕੇ ਕੇਸਾਂ ਦੀਆਂ, ਇਉਂ ਰੱਬ ਨਾਲ ਨਹੀਂ ਜੁੜਿਆ ਜਾਂਦਾ। ਜੋਗ ਨ ਮੁੰਦੀ ਮੂੰਡ ਮੁੰਡਾਇਆ, ਜਾਂ ਸਿਰ ਘੋਣ ਮੋਣ ਕਰਵਾ ਕੇ ਕੇਸ ਕਟਵਾ ਕੇ ਕੰਨਾਂ ਦੇ ਵਿੱਚ ਮੁੰਦਰਾਂ ਪਾ ਕੇ ਵੀ ਰੱਬ ਨਾਲ ਨਹੀਂ ਜੁੜਿਆ ਜਾ ਸਕਦਾ। ਜੋਗ ਨ ਮੁੰਦੀ ਮੂੰਡ ਮੁੰਡਾਇਆ, ਜੋਗ ਨ ਸਿੰਘੀ ਵਾਈਐ। ਬਾਜੇ ਵਾ ਕੇ ਰੱਬ ਨਾਲ ਨਹੀਂ ਜੁੜਿਆ ਜਾ ਸਕਦਾ, ਕੇਵਲ ਬਾਜੇ ਵਜਾਉਣ ਨਾਲ। ਸਿੰਗੀਆਂ ਵਜਾਉਂਦੇ ਆ, ਉਹਨਾਂ ਕੋਲੇ ਬੀਨ ਹੁੰਦੀ ਹੈ, ਸਿੰਗੀ ਹੁੰਦੀ ਹੈ, ਕਈ ਤਰ੍ਹਾਂ ਦੇ ਸਾਜ਼ ਹੈ ਵਾਜਾ ਕਰਨ ਵਾਲੇ। ਪਾਤਸ਼ਾਹ ਕਹਿੰਦੇ ਸਿੰਗੀਆਂ ਵਜਾ ਕੇ ਰੱਬ ਨਹੀਂ ਮਿਲਦਾ। ਨਾ ਪੀਜੈ ਰਾਗੀ ਨਾਦੀ ਵੇਦ, ਨਾ ਪੀਜੈ ਸੁਰਤੀ ਗਿਆਨੀ ਜੋਗ, ਨਾ ਪੀਜੈ ਤੀਰਥ ਭਵਿਆ ਨੰਗ, ਨਾ ਪੀਜੈ ਬਾਹਰ ਬੈਠਿਆ ਸੁਨ, ਨਾ ਪੀਜੈ ਦਾਤੀ ਕੀਤਾ ਪੁੰਨ, ਨਾ ਪੀਜੈ ਭੇੜ ਮਰੈ ਪਿੜਸੂਰ, ਨਾ ਭੀਜੈ ਕੇਤੇ ਹੋਵੈ ਧੂੜ। ਨਾਨਕ ਭੀਜੈ ਸਾਚੈ ਨਾਏ, ਲੇਖਾ ਲਿਖੀਐ ਮਨ ਕੇ ਪਾਏ। ਜਿਸ ਕੰਮ ਦੇ ਵਿੱਚ ਪ੍ਰੇਮ ਹੈ ਉਹ ਹੀ ਕੰਮ ਪੂਰਾ ਹੋਵੇਗਾ। ਜਿੱਥੇ ਪ੍ਰੇਮ ਨਹੀਂ ਹੈ ਉਹ ਜਿੰਨਾ ਮਰਜ਼ੀ ਕਰ ਲਿਆ, ਕੋਈ ਪ੍ਰਵਾਨ ਨਹੀਂ ਹੈ। ਤਾਂ ਪਾਤਸ਼ਾਹ ਜੀ ਨੇ ਇਹ ਬਚਨ ਵੀ ਲਿਖਿਆ ਬਾਣੀ ਵਿੱਚ, ਜਿੱਥੇ ਜਿਹੋ ਜਿਹਾ ਮਨੁੱਖ ਟੱਕਰਿਆ ਉਹਨੂੰ ਉਹੋ ਜਿਹੇ ਢੰਗ ਨਾਲ ਸਮਝਾ ਦਿੱਤਾ। ਜੋਗ ਨ ਮੁੰਦੀ ਮੂੰਡ ਮੁੰਡਾਇਆ, ਜੋਗ ਨ ਸਿੰਘੀ ਵਾਹੀਐ, ਅੰਜਨ ਮਾਹੇ ਨਿਰੰਜਨ ਰਹੀ ਹੈ। ਇਹ ਸਰੀਰ ਰੂਪੀ ਸੰਸਾਰ ਰੂਪੀ ਕੋਲਿਆਂ ਦਾ ਕੋਠਾ ਹੈ। ਭਾਵ ਇਸ ਕੋਲਿਆਂ ਦੇ ਕੋਠੇ ਵਿੱਚ ਜਿਹਨੇ ਆਪਣੇ ਆਪ ਨੂੰ ਬਚਾ ਲਿਆ। ਅੰਜਨ ਕਹਿੰਦੇ ਆ ਸੁਰਮੇ ਨੂੰ, ਕਾਲਸ ਨੂੰ।
ਇਹ ਸੰਸਾਰ ਕਾਲਸ ਦਾ ਕੋਠਾ ਹੈ, ਕੋਲਿਆਂ ਦਾ ਕੋਠਾ ਹੈ, ਤੇ ਜੀਵ ਇਹਦੇ ਵਿੱਚ ਅੰਨ੍ਹੇਵਾਹ ਚੱਲ ਰਿਹਾ ਹੈ, ਤੇ ਅੰਨ੍ਹੇਵਾਹ ਚੱਲਣ ਵਾਲੇ ਦੇ ਜ਼ਰੂਰ ਕੋਲਿਆਂ ਦੀ ਕਾਲਸ ਲੱਗ ਜਾਂਦੀ ਹੈ। ਭਾਵ ਗਿਆਨ ਨਾਲ ਜਦੋਂ ਕੋਈ ਨਾ ਤੁਰੇ ਤੇ ਉਹ ਜ਼ਰੂਰ ਫਸ ਜਾਂਦਾ। ਪ੍ਰੀਤਮ ਜੀ ਕਹਿੰਦੇ ਜੋ ਇਸ ਤਰ੍ਹਾਂ ਅੰਜਨ ਮਾਹੇ ਨਿਰੰਜਨ ਰਹੀ ਹੈ, ਜਿਹੜਾ ਇੱਥੇ ਆ ਕੇ ਆਪਣੇ ਆਪ ਨੂੰ ਬਚਾ ਕੇ ਟੱਪ ਗਿਆ। ਅੰਜਨ ਦਾ ਇੱਕ ਅਰਥ ਹੈ ਕਾਲਸ, ਨਿਰੰਜਨ ਦਾ ਅਰਥ ਹੈ ਰੰਗ ਰੂਪ ਤੋਂ ਰਹਿਤ, ਜਿਹੜਾ ਕਾਲਾ ਨੀਲਾ ਪੀਲਾ ਹਰਾ ਕੁਛ ਵੀ ਨਹੀਂ ਹੈ। ਅੰਜਨ ਮਾਹੇ ਨਿਰੰਜਨ ਰਹੀ ਹੈ। ਤੀਸਰਾ ਅਰਥ ਹੈ ਤੁਹਾਡੇ ਅੱਖ ਦਾ ਡੇਲਾ ਜਿਹੜਾ ਕਾਲਾ ਹੈ, ਇਹਦੇ ਵਿਚਾਲੇ ਇੱਕ ਬਰੀਕ ਜਿਹਾ ਤਿਨਕਾ ਹੈ, ਜਿਹਦੇ ਵਿੱਚੋਂ ਨਿਗਾਹ ਲੰਘਦੀ ਹੈ, ਇੱਕ ਦੂਜੇ ਨੂੰ ਆਪਾਂ ਦੇਖ ਰਹੇ ਹਾਂ। ਹੁਣ ਦੱਸੋ ਉਹਦਾ ਕੀ ਰੰਗ ਰੂਪ ਹੈ? ਭਾਵ ਇਸੇ ਕਾਲੇ ਵਿੱਚ ਉਹ ਨਿਰਮਲ ਵੀ ਰਹਿੰਦਾ ਹੈ। ਇਹ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਇਹ ਸੰਸਾਰ ਜਿਸ ਨੂੰ ਦੁਨੀਆ ਨੇ ਕੋਲਿਆਂ ਦਾ ਕੋਠਾ ਵੀ ਕਿਹਾ ਹੈ, ਸਤਿਗੁਰੂ ਅਮਰਦਾਸ ਕਹਿੰਦੇ ਇਹਦੇ ਵਿੱਚ ਹਰੀ ਵੀ ਵਸਦਾ ਹੈ। ਕਹੋ ਸਤਨਾਮ ਸ੍ਰੀ। ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗ ਤੇ ਪਾਈ ਹੈ, ਗੱਲੀ ਜੋਗ ਨਾ ਹੋਈ। ਗੱਲਾਂ ਮਾਰਨ ਨਾਲ ਨਹੀਂ ਰੱਬ ਨਾਲ ਜੁੜਿਆ ਜਾਂਦਾ, ਉਹਦੇ ਨਾਲ ਜੁੜਨ ਵਾਸਤੇ ਚੁੱਪ ਕਰਨਾ ਪਊਗਾ। ਰਸ ਲੈਣ ਵਾਸਤੇ ਚੁੱਪ ਕਰਨਾ ਪੈਂਦਾ, ਆਪਣੇ ਅੰਦਰ ਜਾਣਾ ਪੈਂਦਾ। ਗੰਨਾ ਵੀ ਚੂਪਣਾ ਹੋਵੇ ਤੇ ਚੁੱਪ ਕਰਕੇ ਚੂਪਿਆ ਜਾਂਦਾ, ਕੋਈ ਭੋਜਨ ਵੀ ਖਾਣਾ ਹੋਵੇ ਤੇ ਚੁੱਪ ਕਰਨਾ ਪੈਂਦਾ। ਇਸੇ ਤਰ੍ਹਾਂ ਹੀ ਸਾਡੀ ਸੁਰਤ ਨੂੰ ਚੁੱਪ ਕਰਾ ਕੇ ਅੰਦਰ ਰੋਕ ਕੇ, ਮਨ ਨੂੰ ਰੋਕ ਕੇ ਹੀ ਬਾਣੀ ਦਾ ਰਸ ਲਿਆ ਜਾ ਸਕਦਾ ਹੈ। ਤੋ ਪਾਤਸ਼ਾਹ ਜੀ ਕਹਿੰਦੇ ਜ਼ਿਆਦਾ ਗੱਲਾਂ ਮਾਰਨ ਨਾਲ ਵੀ ਰੱਬ ਨਾਲ ਨਹੀਂ ਜੁੜਿਆ ਜਾਂਦਾ। ਗੱਲੀ ਜੋਗ ਨ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਅਸਲ 'ਚ ਉਹ ਜੋਗੀ ਹੈ ਜਿਹੜਾ ਦ੍ਰਿਸ਼ਟੀ ਨੂੰ ਬਰਾਬਰ ਕਰਨ ਸਿੱਖ ਗਿਆ। ਇਹਦੇ ਵੀ ਬਹੁਤ ਅਰਥ ਹੈ। ਇੱਕ ਦ੍ਰਿਸ਼ਟੀ ਬਰਾਬਰ ਹੋਈ ਭਾਈ ਕਨ੍ਹਈਆ ਜੀ ਦੀ। ਉਹਨਾਂ ਨੂੰ ਮੁਗਲਾਂ ਵਿੱਚ, ਸਿੱਖਾਂ ਵਿੱਚ ਕੋਈ ਦੂਜਾ ਦਿਸਦਾ ਹੀ ਨਹੀਂਗਾ। ਉਹਨਾਂ ਦੀ ਡਿਊਟੀ ਹੈ ਫੌਜ ਵਿੱਚ ਜੰਗ ਵਿੱਚ ਪਾਣੀ ਪਿਆਉਣ ਦੀ। ਮਸ਼ਕ ਲੈ ਕੇ ਢੂਈ ਤੇ ਮਸ਼ਕ ਲੱਦੀ ਹੈ 20 ਸੇਰ ਪਾਣੀ ਦੀ, ਔਰ ਹੱਥ ਵਿੱਚ ਉਹਦਾ ਮੂੰਹ ਫੜ ਕੇ ਪਾਣੀ ਪਿਆਉਂਦੇ ਹੈ, ਤੇ ਜਿਹੜਾ ਵੀ ਬੁੱਕ ਕਰਦਾ ਉਹਨੂੰ ਪਾਣੀ ਪਿਆ ਦਿੰਦੇ ਆ। ਇਸ ਤਰ੍ਹਾਂ ਦੇ ਨਾਲ ਗੁਰੂ ਪਿਆਰਿਓ, ਜਿਨ੍ਹਾਂ ਦੀ ਹਜੇ ਨਿਗਾਹ ਨਹੀਂ ਖੁੱਲੀ, ਦਿਵ ਦ੍ਰਿਸ਼ਟੀ ਨਹੀਂ ਖੁੱਲੀ, ਜਿਨ੍ਹਾਂ ਦੀ ਸਮ ਦ੍ਰਿਸ਼ਟੀ ਨਿਗਾਹ ਨਹੀਂ ਹੋਈ, ਉਹ ਸ਼ਿਕਾਇਤਾਂ ਲਾਉਂਦੇ ਆ। ਪਰ ਜਾਨੀ ਜਾਨ ਸਤਿਗੁਰੂ ਜਾਣਦੇ ਆ। ਜਦ ਪੁੱਛਦੇ ਆ ਕਨ੍ਹਈਆ ਇਹ ਸ਼ਿਕਾਇਤ ਆਈ ਹੈ ਵੀ ਤੂੰ ਦੁਸ਼ਮਣ ਨੂੰ ਪਾਣੀ ਪਿਆਈ ਜਾਨਾ, ਕਹਿੰਦਾ ਨਾ ਜੀ ਮੈਂ ਕਿਸੇ ਮਿੱਤਰ ਦੁਸ਼ਮਣ ਨੂੰ ਪਾਣੀ ਨਹੀਂ ਪਿਆਇਆ, ਮੈਂ ਤਾਂ ਤੁਹਾਨੂੰ ਪਾਣੀ ਪਿਆ ਰਿਹਾ। ਤੇ ਪਾਤਸ਼ਾਹ ਸਮਝ ਗਏ ਬਈ ਇਹ ਤਾਂ ਹੁਣ ਅੱਗੇ ਲੰਘ ਚੁੱਕੇ ਆ, ਚੌਥੀ ਅਵਸਥਾ ਤੁਰੀਆ ਪਦਵੀ ਨੂੰ ਪ੍ਰਾਪਤ ਹੋ ਗਿਆ। ਹੁਣ ਇਸ ਨੂੰ ਮਨੁੱਖ ਨਹੀਂ, ਸਰੀਰ ਨਹੀਂ, ਅੰਦਰਲੀ ਰੂਹਾਂ ਆਤਮਾਵਾਂ ਦਿਸਦੀਆਂ। ਇਸ ਕਰਕੇ ਪਾਤਸ਼ਾਹ ਜੀ ਨੇ ਰੋਕਿਆ ਨਹੀਂ, ਕਹਿੰਦੇ ਚੰਗਾ ਫਿਰ ਆ ਫੜ ਮੱਲਮ, ਮੇਰੇ ਜ਼ਖਮਾਂ ਤੇ ਮੱਲਮ ਵੀ ਲਾ ਦਿਆ ਕਰ ਜੇ ਮੈਨੂੰ ਪਾਣੀ ਪਿਆਉਣ। ਭਾਵ ਕਿ ਕਨ੍ਹਈਆ ਜੀ ਦੀ ਸਮ ਦ੍ਰਿਸ਼ਟੀ ਹੋ ਗਈ। ਇਸ ਨੂੰ ਕਹਿੰਦੇ ਆ ਸਮ ਦ੍ਰਿਸ਼ਟੀ। ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਤੇ ਪਾਤਸ਼ਾਹ ਜੀ ਇੱਥੇ ਵੀ ਉਹ ਜੋਗੀ ਨੂੰ ਸਮਝਾਉਂਦੇ ਹੋਏ ਕਹਿੰਦੇ ਜੋਗ ਜੁਗ ਤੇਵ ਪਾਵਸਤਾ। ਇਉਂ ਜੋਗ ਨੂੰ ਪਾਇਆ ਜਾ ਸਕਦਾ ਹੈ। ਇਹ ਜੋਗ ਨੂੰ ਪ੍ਰਾਪਤ ਕਰਨ ਦੀ ਜੁਗਤੀ ਹੈ। ਹੇ ਜੋਗੀ, ਏਕ ਸ਼ਬਦ ਦੂਜਾ ਹੋਰ ਨਾਸਤ। ਕਹਿਣ ਲੱਗੇ ਇੱਕ ਪਰਮੇਸ਼ਰ ਰੂਪੀ ਅਕਾਲ ਪੁਰਖ ਦੇ ਨਾਲ ਜੁੜਨਾ, ਗੁਰੂ ਦੇ ਮੰਤਰ ਨੂੰ ਧਾਰਨ ਕਰਨਾ। ਬਾਕੀ ਸਭ ਸੰਸਾਰ ਨਾਸਤ, ਖਤਮ ਹੋਣ ਵਾਲਾ ਹੈ, ਨਾਸ਼ ਹੋਣ ਵਾਲਾ ਹੈ। ਜੋ ਸ਼ਬਦ ਦੇ ਵਿੱਚ ਵਿਆਪਕ ਪਰਮੇਸ਼ਰ ਹੈ ਉਹਨੂੰ ਜਾਣਨਾ ਕਰੋ। ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦ ਭਇਆ ਪ੍ਰਕਾਸ਼। ਸਗਲ ਸਮਗਰੀ ਸ਼ਬਦ ਕੇ ਪਾਛੈ, ਨਾਨਕ ਸ਼ਬਦ ਘਟੈ ਘਟਿ ਆਛੈ। ਸ਼ਬਦ ਕੋ ਚੀਨ ਭਾਈ, ਸ਼ਬਦ ਕੋ ਖੋਜ ਭਾਈ। ਸ਼ਬਦ ਕੇ ਚਾਨਣੇ ਇੱਕ ਵਸਤ ਪਾਈ। ਸ਼ਬਦ ਨ ਜਾਣੈ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ।
ਅਕਾਲ ਪੁਰਖ ਤੋਂ ਸ਼ਬਦ ਬਣਿਆ ਤੇ ਸ਼ਬਦ ਵਿੱਚੋਂ ਸਾਰੀ ਸ੍ਰਿਸ਼ਟੀ ਬਣੀ ਹੈ। ਇਸ ਕਰਕੇ ਸਤਿਗੁਰੂ ਨਾਨਕ ਦੇਵ ਜੀ ਹਰ ਥਾਂ ਤੇ ਜੀਵਾਂ ਨੂੰ ਸ਼ਬਦ ਦਾ ਗਿਆਨ ਦਿੰਦੇ ਆ ਵੀ ਸ਼ਬਦ ਨਾਲ ਜੁੜੋ। ਅਸਲ ਵਿੱਚ ਸ਼ਬਦ ਹੀ ਗੁਰੂ ਹੈ। ਆਪਾਂ ਸਾਰੇ ਜੋ ਸੁਣ ਰਹੇ ਹਾਂ ਇਹ ਸ਼ਬਦ ਹੈ, ਔਰ ਜਿਹੜਾ ਸ਼ਬਦ ਹੈ ਇਹ ਸਾਨੂੰ ਗਿਆਨ ਦਿੰਦਾ, ਔਰ ਗਿਆਨ ਹੀ ਸਾਡੇ ਜੀਵਨ ਦਾ ਜਿਹੜਾ ਹੈ ਮੁਕਤ ਕਰਨ ਦਾ ਵਧੀਆ ਸਾਧਨ ਹੈ। ਅਗਿਆਨਤਾ ਵਿੱਚ ਫਸੇ ਹਾਂ ਤੇ ਗਿਆਨ ਵਿੱਚ ਮੁਕਤ ਹੁੰਦੇ ਹਾਂ, ਬੰਧਨ ਟੁੱਟਦੇ ਹਨ। ਸ਼ਬਦ ਹੀ ਗੁਰੂ ਪੀਰ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬਉਰ ਆਨੰਦ। ਤੀਜੇ ਪਾਤਸ਼ਾਹ ਜੀ ਨੇ ਬਚਨ ਕੀਤਾ ਆਖਰੀ ਸਮੇਂ, ਗੁਰ ਸ਼ਬਦ ਸਮਾਵੈ ਅਵਰ ਨ ਜਾਣੈ ਕੋਇ ਜੀਓ, ਅਵਰੋ ਨ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵਹਿ ਜਿਵੇਂ, ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦ ਵੀ ਪਾਵੇ। ਜਿਵੇਂ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਦਕਾ ਲਹਿਣਾ ਜੀ ਨੇ ਪਰਮ ਪਦਵੀ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ, ਤਾਂ ਉਹਨਾਂ ਨੇ ਗੁਰੂ ਨਾਨਕ ਦੇ ਸ਼ਬਦ ਹੀ ਮੰਨੇ ਆ। ਕਿਸੇ ਵੇਲੇ ਕੋਈ ਵੀ ਬਚਨ ਕੀਤਾ ਉਹਨੂੰ ਸੱਤ ਕਰਕੇ ਮੰਨਿਆ। ਬਸ ਏਕ ਸ਼ਬਦ ਦੂਜਾ ਹੋ ਨਾਸਤ। ਜੋਗੀ ਇੱਕ ਸ਼ਬਦ ਸਦਾ ਰਹਿਣ ਵਾਲਾ ਹੈ, ਸ਼ਬਦ ਵਿੱਚੋਂ ਸਮਾਇਆ ਹੋਇਆ, ਬਾਕੀ ਸਭ ਖਤਮ ਹੋਣ ਵਾਲਾ ਹੈ। ਕੰਦ ਮੂਲ ਮਨ ਲਾਵਸਤਾ, ਸੰਸਾਰ ਨੂੰ ਨਾਸ਼ਵਾਨ ਜਾਣ ਕੇ ਕੇਵਲ ਤੇ ਕੇਵਲ ਇਸ ਪਰਮੇਸ਼ਰ ਦੇ ਸ਼ਬਦ ਰੂਪੀ ਕੰਦ ਮੂਲ ਨੂੰ, ਜਿਵੇਂ ਕੰਦ ਇੱਕ ਫਲ ਫਰੂਟ ਹੈ, ਜੋ ਗੁਰੂ ਪਿਆਰੋ ਕੰਦ ਹੁੰਦਾ ਹੈ, ਉੱਪਰ ਲੱਗਿਆ ਫਲ ਤੇ ਮੂਲ ਹੁੰਦਾ ਧਰਤੀ ਚੁੱਕ ਰਿਹਾ ਫਲ। ਜਿਵੇਂ ਮੂਲੀ ਗਾਜਰਾਂ ਆਦਿ ਇਹ ਮੂਲ ਹਨ ਤੇ ਕੰਦ ਹੁੰਦਾ ਬਾਹਰ ਲੱਗੇ ਫਲ। ਪਾਤਸ਼ਾਹ ਕਹਿੰਦੇ ਜੰਗਲਾਂ ਵਿੱਚ ਜਾ ਕੇ ਕੰਦ ਮੂਲ ਖਾਣ ਦੀ ਬਜਾਏ ਸ਼ਬਦ ਦੇ ਰਸ ਨੂੰ ਲੈਣਾ ਕਰੋ। ਇਹਦੇ ਨਾਲ ਜੁੜ ਜਾਈਏ, ਸ਼ਬਦ ਨਾਲ ਜੁੜ ਜਾਈਏ ਤਾਂ ਜਿਹੜਾ ਹੈ ਮਨੁੱਖ ਨੂੰ ਫਿਰ ਭੁੱਖ ਨਹੀਂ ਲੱਗਦੀ, ਇਹਨਾਂ ਭੁੱਖਾਂ ਤੋਂ ਉੱਤੇ ਉੱਠ ਜਾਏਗਾ। ਕਿਉਂਕਿ ਅਸਲ ਦੇ ਵਿੱਚ ਮਨੁੱਖ ਸਾਰੇ ਸਮਾਨ ਦਾ, ਸਾਰੇ ਸੰਸਾਰ ਦਾ ਸਮਾਨ ਇਕੱਠਾ ਕਰਕੇ ਵੀ ਨਹੀਂ ਰੱਜਦਾ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਤੇ ਰੱਜਿਆ ਕਿਵੇਂ? ਪਾਤਸ਼ਾਹ ਕਹਿੰਦੇ ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਾਂ ਰਸਨਾ ਨਾਮ ਤੇ ਆਇਆ। ਜਦੋਂ ਇਸ ਨੇ ਮਨ ਕਰਕੇ ਤਨ ਕਰਕੇ ਪਰਮੇਸ਼ਰ ਨਾਲ ਜੁੜਨਾ ਕੀਤਾ ਤਾਂ ਗੁਰੂ ਪਿਆਰਿਓ ਇਸ ਸ਼ਬਦ ਨਾਲ ਜੁੜ ਕਰਕੇ ਜਿਹੜਾ ਹੈ ਪਰਮੇਸ਼ਰ ਵਿੱਚ ਮਿਲ ਗਿਆ। ਤੇ ਪਾਤਸ਼ਾਹ ਕਹਿੰਦੇ ਜੇ ਕੰਦ ਫੂਲ ਖਾ ਕੇ ਹੀ ਰੱਬ ਮਿਲਦਾ ਹੋਵੇ, ਆਕੋ ਚਰਈਆ ਫਲ ਫੂਲ ਕੇ ਪਛਈਆ। ਅੱਕਾਂ ਨੂੰ ਖਾਣ ਵੇਲੇ ਅੱਕਾਂ ਦੇ ਫੁੱਲ ਖਾਣ ਵਾਲੇ, ਘਾਹ ਫੂਸ ਖਾਣ ਵਾਲੇ, ਫਲ ਫੁੱਲ ਖਾਣ ਵਾਲੇ, ਸਦ ਬਣ ਕੇ ਭਰਮਈਆ ਔਰ ਦੂਸਰੋ ਨਾ ਬੋਕਸੋ। ਭਾਵ ਹੁਣ ਜੋਗੀਆਂ ਦੇ ਕੋਲ ਰਿੱਧੀਆਂ ਸਿੱਧੀਆਂ ਸਨ। ਜੋਗੀ ਕਹਿੰਦੇ ਅਸੀਂ ਉੱਡ ਲੈਨੇ ਆ। ਪਾਤਸ਼ਾਹ ਕਹਿੰਦੇ ਕੋਈ ਵੱਡੀ ਗੱਲ ਨਹੀਂ ਹੈ, ਉੱਡ ਤਾਂ ਪੰਛੀ ਵੀ ਲੈਂਦਾ ਹੈ। ਜਿਹੜਾ ਉੱਡਣਾ ਹੈ ਇੱਕ ਚਿੜੀ ਦੇ ਬੱਚੇ ਤੋਂ ਵੱਧ ਨਹੀਂ ਹੈ। ਕਹੋ ਸਤਨਾਮ ਸੀ। ਜੇ ਤੂੰ ਆਖੇ ਵੀ ਸੰਸਾਰ ਨੂੰ ਛੱਡ ਕੇ ਜੰਗਲਾਂ ਵਿੱਚ ਚਲੇ ਜਾਓ, ਕੰਦ ਮੂਲ ਖਾ ਕੇ ਸਮਾਂ ਲੰਘਾਓ, ਤੇ ਉਹ ਤਾਂ ਬੋ ਕਹਿੰਦੇ ਆ ਬੱਕਰੀ ਨੂੰ। ਬੱਕਰੀ ਦਾ ਜੋ ਪੁਲਿੰਗ ਹੈ, ਲਿੰਗ ਹੈ ਗੁਰੂ ਪਿਆਰਿਓ। ਪਾਤਸ਼ਾਹ ਕਹਿੰਦੇ ਫਿਰ ਇਹ ਤਾਂ ਬੋਕਾਂ ਦਾ, ਬੱਕਰੀਆਂ ਦਾ, ਜੰਗਲੀ ਜਾਨਵਰਾਂ ਦਾ ਕੰਮ ਹੈ। ਕੰਦ ਮੂਲ ਤਾਂ ਉਹ ਖਾਂਦੇ ਆ। ਕਹੋ ਸਤਨਾਮ ਸੀ। ਫਿਰ ਮਨੁੱਖ ਇਹਨਾਂ ਜੰਗਲੀ ਜਾਨਵਰਾਂ ਤੋਂ ਵੱਧ ਨਹੀਂ ਹੈ। ਜੋਗੀ ਨੂੰ ਕਹਿੰਦੇ ਸ਼ਬਦ ਨੂੰ ਖਾਣਾ ਕਰੋ। ਜੋਗ ਜੁਗਤ ਇਹ ਪਾਵਸਤਾ, ਏਕ ਸ਼ਬਦ ਦੂਜਾ ਹੋਰ ਨਾਸਤ, ਕੰਦ ਮੂਲ ਮਨ ਲਾਵਸਤਾ ਰਹਾਓ। ਜੇ ਤੂੰ ਕਹੇ ਕਿ ਕੰਦ ਮੂਲ ਖਾ ਕੇ ਸਾਨੂੰ ਰੱਬ ਮਿਲ ਜਾਵੇਗਾ, ਤਾਂ ਇਹ ਕੰਦ ਮੂਲ ਖਾਣ ਨਾਲ, ਸੰਸਾਰ ਤੋਂ ਟੁੱਟ ਕੇ ਜੰਗਲਾਂ ਵਿੱਚ ਜਾ ਕੇ ਬੈਠਣ ਨਾਲ ਕਦੇ ਰੱਬ ਨਹੀਂ ਮਿਲਦਾ। ਰਹਾਓ। ਫਿਰ ਉਹ ਜੋਗੀ ਕਹਿਣ ਲੱਗਿਆ ਵੀ ਸਾਡੀ ਮੱਤ ਵਿੱਚ ਸਿਰ ਘੋਣ ਮੋਣ ਕੀਤਾ ਜਾਂਦਾ ਹੈ। ਅਸਲ ਦੇ ਵਿੱਚ
ਕਿਹੜਾ ਕੇਸਾਂ ਨੂੰ ਵਾਹਵੇ। ਇਸ ਕਰਕੇ ਕੇਸ ਹੀ ਚੱਕ ਤੇ ਸਿਰ ਤੋਂ ਕੋ ਸਤਨਾਮ ਸੀ। ਚੇਲਾ ਮੁੰਨ ਲਿਆ, ਕੰਨ 'ਚ ਮੁੰਦਰਾਂ ਪਾਤੀਆਂ, ਸਿਰ ਦੇ ਕੇਸ ਕੱਟ ਦਿੱਤੇ। ਪਾਤਸ਼ਾਹ ਕਹਿੰਦੇ ਸਿਰ ਮਨਾਇਆ ਵੀ ਰੱਬ ਨਹੀਂ ਮਿਲਦਾ। ਜੋਗ ਨ ਖਿੰਥਾ ਜੋਗ ਨ ਡੰਡਾ ਜੋਗ ਨ ਭਸਮ ਚੜਾਈ ਹੈ ਜੋਗ ਨ ਮੁੰਦੀ ਮੂੰਡ ਮੁਨਾਇਆ ਜੋਗ ਨ ਸਿੰਘੀ ਵਾਈ ਹੈ ਅੰਜਨ ਮਾਹੀ ਨਿਰੰਜਨ ਰਹੀ ਹੈ। ਸਾਡੇ ਅੰਦਰ ਹੀ ਉਹ ਨਿਰੰਜਨ ਪਰਮੇਸ਼ਰ ਵਸਦਾ ਹੈ, ਉਹਦੇ ਨਾਲ ਜੁੜਨਾ ਕਰੋ। ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੋਗ ਤੇ ਪਾਈ ਹੈ। ਰਹਾਓ ਮੂੰਡ ਮੁੰਡਾਇਆ ਜੇ ਗੁਰ ਪਾਈਐ। ਕਹਿੰਦੇ ਜੇ ਸਿਰ ਮਨਾਇਆ ਰੱਬ ਮਿਲਦਾ ਹੁੰਦਾ ਤਾਂ ਫਿਰ ਤਮਾਮ ਗੰਗਾ ਦੇ ਜਾਣ ਵਾਲੇ ਲੋਕਾਂ ਨੂੰ ਮਿਲ ਜਾਂਦਾ। ਕੋਈ ਸਤਨਾਮ ਸ੍ਰੀ। ਖੁਦ ਅਮਰਦਾਸ ਮਹਾਰਾਜ ਜੀ 65 ਸਾਲ ਦੀ ਉਮਰ ਤੱਕ ਗੰਗਾ ਦੀ ਯਾਤਰਾ ਕਰਦੇ ਰਹੇ, ਪਰ ਜਦ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਕੋਲ ਪਹੁੰਚ ਕਰਕੇ ਸਮਝ ਆਈ, ਫਿਰ ਉਹਨਾਂ ਨੇ ਲਿਖ ਦਿੱਤਾ ਕਿ ਸਿੱਖੋ, ਤੀਰਥਾਂ ਦੇ ਉੱਤੇ ਨਾਮ ਦਾ ਵਸੋਂ ਨਹੀਂ ਹੈ, ਨਾਮ ਦਾ ਵਾਸਾ ਚਾਹੀਦਾ ਸੀਗਾ। ਮੂੰਡ ਮੁੰਡਾਇਆ ਜੇ ਗੁਰ ਪਾਈਐ ਹਮ ਗੁਰ ਕੀਨੀ ਗੰਗਾਤਾ। ਤਾਂ ਜਿਹੜੇ ਗੰਗਾ ਤੇ ਤੀਰਥਾਂ ਤੇ ਜਾਣ ਵਾਲੇ ਯਾਤਰੀਆਂ ਦੀਆਂ ਟੋਲੀਆਂ ਨੇ ਸਿਰ ਮੁੰਨਣ ਵਾਲਿਆਂ ਨੂੰ ਗੁਰੂ ਕਰ ਲੈਣਾ ਕੀਤਾ ਹੈ ਤਮਾਮ ਨੇ, ਫਿਰ ਤਾਂ ਉਹ ਸਾਰੇ ਹੀ ਮੁਕਤ ਹੋ ਜਾਂਦੇ, ਗੁਰੂ ਦੀ ਪ੍ਰਾਪਤੀ ਸਮਝਦੇ ਹੋ। ਫਿਰ ਅਸੀਂ ਪਰਮੇਸ਼ਰ ਨੂੰ ਗੰਗਾ ਮੰਨ ਲਿਆ, ਭਾਵੇਂ ਹਿੰਦੂ ਮਤ ਵਿੱਚ ਗੰਗਾ ਨੂੰ ਰੱਬ ਕਹਿ ਦਿੱਤਾ ਵੀ ਗੰਗਾ ਸਾਡੀ ਮੁਕਤੀ ਕਰੇਗੀ। ਪਰ ਸਤਿਗੁਰਾਂ ਨੇ ਇਸ ਗੱਲ ਨੂੰ ਵੀ ਆਪਣੇ ਬਚਨਾਂ ਵਿੱਚ ਕਲੀਅਰ ਕੀਤਾ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਅੱਜ ਤੀਰਥ ਦਾ ਅਰਥ ਹੈ ਗੰਗਾ ਦਾ ਕਿਨਾਰਾ, ਜਮਨਾ ਦਾ ਕਿਨਾਰਾ, ਸਰਸਵਤੀ ਦਾ ਕਿਨਾਰਾ, ਪਰ ਅਸਲ ਵਿੱਚ ਇਹਦਾ ਅਰਥ ਹੈ ਕਿ ਸੰਸਾਰ ਤੋਂ ਕਿਨਾਰੇ ਤੇ ਬੈਠ ਕੇ ਪਰਮੇਸ਼ਰ ਨਾਲ ਜੁੜਨਾ। ਕੋ ਸਤਨਾਮ। ਸੁਰਤ ਨੂੰ ਸੰਸਾਰ ਵਿੱਚੋਂ ਕੱਢ ਕੇ ਕਿਨਾਰੇ ਹੋਣਾ, ਭਾਵ ਸਾਈਡ ਤੇ ਬੈਠ ਕੇ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਪਰਮੇਸ਼ਰ ਨਾਲ ਜੁੜਨਾ। ਇਹ ਸੀ ਤੀਰਥ। ਅਸਲੀ ਤੀਰਥ ਹੈ ਪਰਮੇਸ਼ਰ ਦਾ ਨਾਮ। ਕੋਈ ਸਮਾਂ ਸੀਗਾ ਜਦੋਂ ਸਿਆਣਿਆਂ ਬੰਦਿਆਂ ਨੇ ਇਹਨਾਂ ਨਦੀਆਂ ਦੇ ਕਿਨਾਰਿਆਂ ਤੇ ਜਾ ਕਰਕੇ ਬੈਠਣਾ, ਕਿਉਂਕਿ ਪਾਣੀ ਮਨੁੱਖ ਦੀ ਮੁੱਖ ਲੋੜ ਹੈ। ਪਹਿਲੇ ਸਵਾਸ ਉਹ ਸਾਰੀ ਬ੍ਰਹਿਮੰਡ ਵਿੱਚ ਫੈਲਿਆ ਹੋਇਆ, ਉਹ ਲੈ ਰਹੇ ਆ ਸੌਖਾ। ਦੂਜੀ ਲੋੜ ਹੈ ਪਾਣੀ। ਪਾਣੀ ਘੜਿਆਂ ਵਿੱਚ ਭਰ ਕੇ ਲਿਆਉਣ ਨਾਲੋਂ ਨਦੀਆਂ ਦੇ ਕਿਨਾਰਿਆਂ ਤੇ ਰਿਸ਼ੀਆਂ ਨੇ ਜਾ ਕੇ ਬੈਠਣਾ ਕੀਤਾ। ਰਿਸ਼ੀ ਮੁਨੀ ਕਿਨਾਰਿਆਂ ਤੇ ਨਦੀਆਂ ਤੇ ਬੈਠਦੇ, ਸੰਸਾਰੀ ਲੋਕ ਵੀ ਆਪਣਾ ਤੋੜੀ ਤੰਦ ਸਾਂਭ ਕੇ। ਗੁਰੂ ਪਿਆਰਿਓ 2 ਮਹੀਨੇ ਜ਼ਮੀਨਾਂ ਵਿਹਲੀਆਂ ਛੱਡ ਕੇ ਗ੍ਰਸਤੀ ਲੋਕ ਵੀ ਉਹਨਾਂ ਸਾਧੂਆਂ ਕੋਲ ਜਾਂਦੇ ਤੇ ਕੋਈ ਰੱਬ ਦੀ ਗੱਲ ਪੁੱਛਦੇ। ਉੱਠ ਫਰੀਦਾ ਸੁੱਤਿਆ ਤੀਰਥ ਨਹਾਵਣ ਜਾ, ਮਿਲ ਜੇ ਕੋਈ ਬਖਸ਼ਿਆ ਤੂੰ ਵੀ ਬਖਸ਼ਿਆ ਜਾ। ਜਾਂਦੇ ਸੀ ਰੱਬ ਦੇ ਪਿਆਰਿਆਂ ਨੂੰ ਮਿਲਣ। ਗੰਗਾ ਦੇ ਪਾਣੀ ਵਿੱਚ ਨਹਾ ਕੇ ਮੁਕਤੀ ਨਹੀਂ ਹੋਣੀ। ਕੋਈ ਸਤਨਾਮ ਸੀ। ਕਈ ਲੋਕਾਂ ਦਾ ਖਿਆਲ ਹੈ ਕਿ ਜਦੋਂ ਸਾਡੇ ਫੁੱਲ ਗੰਗਾ ਵਿੱਚ ਪਾਤੇ ਤੇ ਸਾਡੇ ਜੀਵ ਦੀ ਮੁਕਤੀ ਹੋ ਜੂ। ਜੀਵ ਤਾਂ ਪਹਿਲਾਂ ਨਿਕਲ ਗਿਆ, ਆਪਣੇ ਕਰਮਾਂ ਦੇ ਮੁਤਾਬਕ ਗਿਆ ਜਿੱਥੇ ਜਾਣਾ ਸੀਗਾ, ਪਿੱਛੇ ਤਾਂ ਮਿੱਟੀ ਆ। ਹੁਣ ਮੁਸਲਮਾਨ ਗੰਗਾ ਤੇ ਫੁੱਲ ਨਹੀਂ ਪਾਉਂਦੇ, ਫਿਰ ਉਹਨਾਂ ਦੀ ਮੁਕਤੀ ਨਹੀਂ ਹੁੰਦੀ। ਕੋਈ ਸਤਨਾਮ ਸੀ। ਉਹ ਤਾਂ ਜਾਂਦੇ ਨਹੀਂ ਗੰਗਾ ਵਾਲੇ ਪਾਸੇ, ਉਹ ਤਾਂ ਕਬਰ ਵਿੱਚ ਨੱਪਦੇ, ਧਰਤੀ ਵਿੱਚ ਨੱਪਦੇ ਆ ਮਨੁੱਖ ਨੂੰ। ਮਕਸਦ ਹੈ ਸਰੀਰ ਨੂੰ ਮਿੱਟੀ ਵਿੱਚ ਮਿਲਾਉਣ ਦਾ। ਹੁਣ ਕੋਈ ਇਦੋਂ ਵੱਡਾ ਮਕਸਦ ਨਹੀਂ ਹੈ। ਅਸੀਂ ਉਹਦਾ ਸੰਸਕਾਰ ਕਰਕੇ ਉਹਨੂੰ ਸਵਾਹ ਬਣਾ ਦਿੰਦੇ ਹਾਂ, ਮਿੱਟੀ ਵਿੱਚ ਮਿਲ ਜਾਂਦਾ ਹੈ। ਮੁਸਲਮਾਨ ਉਹਨੂੰ ਨੱਪ ਦਿੰਦੇ ਆ, ਹੌਲੀ ਹੌਲੀ ਮਿੱਟੀ ਦੇ ਵਿੱਚ ਕੀੜੇ ਪੈਦਾ ਹੋ ਕੇ ਉਹਨੂੰ ਖਾ ਜਾਂਦੇ, ਉਹ ਮਿੱਟੀ ਬਣ ਜਾਂਦਾ। ਕੋਈ ਸਤਨਾਮ ਸ੍ਰੀ। ਪਰ ਗੰਗਾ ਜਿਹੜੀ ਹੈ ਜੇ ਮੁਕਤੀ ਕਰਦੀ ਹੁੰਦੀ ਤੇ ਟੋਲਿਆਂ ਦੇ ਟੋਲੇ ਗੰਗਾ ਤੇ ਜਾਂਦੇ ਆ, ਫਿਰ ਉਹ ਸਾਰੇ ਮੁਕਤ ਹੋ ਜਾਂਦੇ। ਕੋਈ ਸਤਨਾਮ ਸ੍ਰੀ। ਪਾਤਸ਼ਾਹ ਜੀ ਕਹਿੰਦੇ ਮੂੰਡ ਮੁੰਡਾਇਆ ਜੇ ਗੁਰ ਪਾਈਐ ਹਮ ਗੁਰ ਕੀਨੀ ਗੰਗਾ ਤਾ। ਸਿੱਧੋ ਜੋਗਿਓ ਤੈ ਭਾਵਨ ਤਾਰਨ ਹਾਰ ਸੁਆਮੀ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਤਿੰਨਾਂ ਨੂੰ ਲੋਕਾਂ ਨੂੰ ਤਾਰਨ ਵਾਲਾ, ਤਿੰਨਾਂ ਲੋਕਾਂ ਨੂੰ ਪਾਲਣ ਵਾਲਾ, ਸਾਜਣ ਵਾਲਾ, ਮਾਰਨ ਵਾਲਾ ਇੱਕ ਹੈ।
मेहरबान सह मेरा मेहरबान। जी सगल को दे दान, तो काहे डोले प्राणियां, तुद राखेगा सिरजनहार। जिन पैदाइश तू किया सोई दे अदा। ते तेरा काम की है, कर बंदे तू बंदगी, जिचर घट मैं साहो। तेरे अंदर जिन्ना चिर सवास चलदे आ, तू बंदगी करया कर, तेरा यही काम है। पर मनुख की हालत कुछ होर है। बाबा जी कहते त्रै भवन तारन हार स्वामी, एक न चेतस अंधाता। अंधाता अन्ना मनुख, अज्ञानी मनुख उस परमेश्वर नूं याद नहीं करता जिस दे प्रथाए पंजवें पातशाह अपनी बाणी च लिखते आ। सो क्यों विसरै जिन सब किश दिया, सो क्यों विसरै जे जीवन जिया। सो क्यों विसरै जी अगन में राखै, गुर प्रसाद को बिरला लाखै। उस परमेश्वर नूं सिमरन की बजाए, परमेश्वर नूं सिमरन की बजाए कर पटंब गली मन लावस। गल्लां बहुत मारदा है, जोगी बड़ियां गल्लां मारदे आ। और इन्हां दीयां गल्लां कई बारी असीं भोले भाले फस भी जाने आ। कोई सतनाम श्री कहन लगे, ओ जोगी तू पखंड करके ਜਿਹੜੀਆਂ ਗੱਲਾਂ ਵਾਲੀਆਂ ਮਾਰਦਾ, ਸਕਲਪਾਂ ਵਿਕਲਮਾਂ ਵਿੱਚ ਮਨ ਨੂੰ ਲਾਇਆ ਹੋਇਆ ਹੈ। ਲੋਕਾਂ ਦੇ ਮਨ ਨੂੰ ਗਿਆਨ ਦੀਆਂ ਗੱਲਾਂ ਸੁਣਾਉਣ ਵਿੱਚ ਲਾਈ ਰੱਖਦਾ ਹੈ। ਇਹ ਕੇਵਲ ਗਿਆਨ ਦੀਆਂ ਗੱਲਾਂ ਕਰਨ ਨਾਲ ਕੁਝ ਨਹੀਂ ਬਣਨਾ। ਗਿਆਨ ਹੈ ਕਾਰਨ ਕਰਮ ਅਭਿਆਸ। ਆਪਾਂ ਕਥਾ ਵੀ ਕਰਦੇ ਆ ਨਾ, ਤੇ ਜਾਣਕਾਰੀ ਵਾਸਤੇ ਕਰਦੇ ਆ। ਕੋਈ ਸਤਨਾਮ ਸ੍ਰੀ ਭਾਵ ਗੁਰਬਾਣੀ ਨੂੰ ਵਿਚਾਰਦੇ ਆ। इस करके विचारते हाँ भी गुरु साहब सानू की करन लई कहंदे आ। जे कलियां विचारां करीए कीता ना फिर भी फायदा नहीं होना। कोई सतनाम श्री भाव साडे दी भी ढुकदी है भी जी असीं ये विचारां करदे हाँ तो इहदा मकसद की है, गुरबाणी नूं समझिया जावे। गुरु साडे वास्ते की कुछ लिख के रख गए हन, असीं हुण की करना जिंदगी विच, किवें जीवन जिउणा है। ये जीवन जाच है, ये मनुखा जामे दी गाइडेंस जीवन जाच जानकारी है गुरबाणी दे विच। ये मनुख दे वास्ते लिखी है, आल वर्ल्ड दे मनुख वास्ते, किसी एक फिरके वास्ते नहीं लिखी। को सतनाम सी। इसे करके तो कबीर साहब नूं भी कहना पिया शायद भी ये दुनिया पढ़न च ही लगी हुई है, कलियां पढ़िया गल नहीं बननी। क्या पढ़िया क्या गुणिया, क्या वेद पुराना सुनिया, पढ़े सुने क्या होई जाओ सहज न मिलियो सोई। जे सहज अवस्था प्राप्त नहीं हुई फिर पढ़न सुनते सुनाउण दा कोई फायदा नहीं होना। कोई सतनाम श्री। इस करके बाबा जी कहते गल्लां मारिया कुछ नहीं बनना। जोगी जे जोगी नूं कह रही है तो नाल सानू भी कह रही है। परथाए साखी महापुरख बोलदे सांझी सगल जहाने। इनू कंन रस नहीं बनाउणा आपां। बहुत दुनिया विच हैगे अखाड़े कंन रस दे, पर यह कंन रस नहीं, ये स्कूल है गुरु नानक दा। कोई सतनाम। इत्थे तां पढ़न वास्ते आउणे, आपां विद्यार्थी हाँ। ते विद्यार्थी उही पास हुंदा है जो मास्टर की गल मन के वो करदा है। आपां तां पास हो सकते हैं जो गुरु ने करन वास्ते कहा वो करांगे। कर पटंब गल्ली मन लावे, संसा मूल ना जावस्ता। संसा भरम भुलेखे विषय विकार बहम भरम उन्ना चिर नहीं निकलते जिन्ना चिर पखंड छड्ड के शब्द नाल जुड़दा नहीं। को सतनाम श्री। उन्ना चिर नहीं निकलते। डॉक्टर की दवाई आ, डॉक्टर ने दवाई देती, समझाता, परहेज दसते। हुण जे घरे जाके दवाई लैनी नहीं फिर डॉक्टर कोले भावें 100 गेड़े मारे आओ, उसकी गल ही नहीं मननी। गुरु कोले भावें 100 गेड़े मार जाओ, जे गल ही नहीं मननी। सतगुर की प्रतीत न आईया, शब्द न लागो भाओ, उसनों सुख ना उपजै। 100 गेड़ा आओ जाओ, गुरबाणी का बचन मतलब गल मननी पैनी आ, नहीं तो गल बननी नहीं। कोई देख लो समा बर्बाद ना होवे अपना, किते वो ना होवे कि काल होरी आ जान ते आपां फिर कहिए मैं तां करना सी। को सतनाम। उदों पहला जप लईए वाह गुरु वाह गुरु वाह गुरु वाह गुरु वाह गुरु वाह गुरु
ਵਾਹਿਗੁਰੂ 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 ਵਾਹਿਗੁਰੂ। ਇਸ ਕਰਕੇ ਬਾਬਾ ਜੀ ਕਹਿੰਦੇ ਗੱਲ ਤਾਂ ਬਣਨੀ ਹੈ ਜੇ ਸ਼ਬਦ ਨਾਲ ਜੁੜਨਾ ਵੀ ਸ਼ੁਰੂ ਕਰੇ। ਕੱਲੀਆਂ ਗੱਲਾਂ ਕਰਿਆ ਨਹੀਂ ਗੱਲ ਬਣਨੀ। ਸੰਸਾ ਮੂਲ ਨਾ ਜਾਵਸਤਾ, ਦਵਾਈ ਖਾਧੇ ਬਿਨਾ ਰੋਗ ਨਹੀਂ ਹਟਣਾ ਤੇ ਗੁਰੂ ਦੇ ਦੱਸੇ ਮੁਤਾਬਕ ਚੱਲੇ ਤੋਂ ਬਗੈਰ ਮੁਕਤੀ ਨਹੀਂ ਹੋਣੀ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ ਬਿਨ ਸਤਿਗੁਰ ਸੋ ਕਦੇ ਨ ਪਾਵੇ ਭਾਈ, ਫਿਰ ਪਛੋਤਾਵੇ। ਪਾਤਸ਼ਾਹ ਜੀ ਕਹਿੰਦੇ ਏਕ ਸਚਰਨੀ ਜੇ ਚਿਤ ਲਾਵੇ, ਲੱਭ ਲੋਭ ਕੀ ਧਾਵਸਤਾ। ਜੇ ਤੂੰ ਇੱਕ ਨਾਲ ਜੁੜ ਜਾਵੇਂ ਤੇਰੇ ਅੰਦਰੋਂ ਲੋਭ ਲਾਲਚ ਵਿਸ਼ੇ ਵਿਕਾਰ ਧਾਵਸਤਾ ਭੱਜ ਜਾਣਗੇ। ਇਹ ਪੰਜੇ ਵਿਕਾਰ ਤਾਂ ਭੱਜਣਗੇ ਜੇ ਸ਼ਬਦ ਨਾਲ ਜੁੜੇਗਾ, ਵਰਨਾ ਮੁਸ਼ਕਲ ਹੈ। ਜੇ ਤੂੰ ਇੱਕ ਨਾਲ ਜੁੜਨਾ ਸ਼ੁਰੂ ਕਰ ਦੇਵੇਂ ਤਾਂ ਤੇਰੇ ਅੰਦਰੋਂ ਜਿਹੜੇ ਵਿਸ਼ੇ ਵਿਕਾਰ ਲਾਲਚ ਆਦਿ ਹਨ ਇਹ ਤਾਂ ਭੱਜ ਸਕਦੇ ਐ ਜੇ ਤੂੰ ਉਸ ਇੱਕ ਦੀ ਸੰਗਤ ਕਰੇ, ਇੱਕ ਨਾਲ ਜੁੜੇ। ਤਾਂ ਤੇ ਜੋਗੀਆ ਜਪ ਨਿਰੰਜਨ ਰਚ ਸਮਣਾ, ਆਪਣੇ ਮਨ ਨੂੰ ਕਹਿ ਆਓ ਉਸ ਨਿਰੰਜਨ ਨੂੰ ਜਪੀਏ। ਜੋਗੀ ਕਹਿੰਦਾ ਤਾਂ ਫਿਰਦਾ ਹਰੇ ਗੇਟ ਤੇ ਜਾ ਕੇ ਅਲੱਖ ਨਿਰੰਜਨ। ਅਲੱਖ ਦਾ ਮਤਲਬ ਹੈ ਜੋ ਲਖਿਆ ਨਹੀਂ ਜਾਂਦਾ, ਜਿਸ ਨੂੰ ਜਾਣਨਾ ਬਹੁਤ ਔਖਾ ਹੈ। ਅਸੀਂ ਉਹਦੇ ਨਾਲ ਜੁੜਨਾ ਪਰ ਜੁੜਿਆ ਨਹੀਂ ਹੈ। ਕਹਿ ਹੀ ਰਿਹਾ ਕੋ ਸਤਨਾਮ ਸ੍ਰੀ ਅਲੱਖ ਨਿਰੰਜਨ, ਜੋਗੀਆਂ ਦਾ ਬੋਲ ਹੈ। ਅਲੱਖ ਨਿਰੰਜਨ, ਅਲੱਖ ਦਾ ਮਤਲਬ ਹੈ ਜਿਹੜਾ ਜਾਣਿਆ ਨਹੀਂ ਜਾਂਦਾ, ਬੜਾ ਮੁਸ਼ਕਿਲ ਹੈ ਤੋ ਸਹੀ ਲਖੈ ਜੋ ਕੋਈ, ਤਬ ਉਹੀ ਉਹ ਇਹ ਨਾ ਹੋਈ। ਜਿਨੇ ਉਸ ਨੂੰ ਲੱਖ ਲਿਆ ਫਿਰ ਇਹ ਉਹਦਾ ਰੂਪ ਹੋ ਗਿਆ, ਦੂਜਾ ਨਹੀਂ ਰਿਹਾ। ਹਰ ਕਾ ਸੇਵਕ ਸੋ ਹਰ ਜੇਹਾ, ਜਪਸ ਨਿਰੰਜਨ ਰਚ ਸਮਣਾ, ਕਾਹੇ ਬੋਲੇ ਜੋਗੀ ਕਪਟ ਘਣਾ। ਹਿਰਦੇ ਵਿੱਚੋਂ ਕਪਟ ਛਲ ਫਰੇਬ ਕੱਢ ਕੇ ਕੇਵਲ ਤੇ ਕੇਵਲ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨਾਲ ਰਚ ਜਾ। ਇੱਕ ਮਿਕ ਹੋ ਜਾ, ਘਿਓ ਖਿਚੜੀ ਹੋ ਜਾ, ਇੱਕ ਮਿਕ ਹੋ ਜਾ ਪਰਮੇਸ਼ਰ ਦੇ ਨਾਲ। ਦਿਲ ਦੇ ਵਿੱਚੋਂ ਕਪਟ ਆਦਿ ਕੱਢ ਕੇ ਰਹਾਓ। ਕਾਇਆ ਕਮਲੀ ਹੰਸ ਇਆਣਾ, ਮੇਰੀ ਮੇਰੀ ਕਰਤ ਬਿਹਾਨੀਤਾ। ਸਰੀਰ ਨੂੰ ਸੋਝੀ ਨਹੀਂ ਹੈ ਤੇ ਜੀਵ ਨਿਆਣਿਆਂ ਵਾਲੀਆਂ ਗੱਲਾਂ ਕਰਦਾ। ਕੋਈ ਸਤਨਾਮ ਮਨ ਸਾਡਾ ਜਿਵੇਂ ਜਵਾਕ ਮਿੱਠੇ ਕੰਨੀ ਭੱਜਦਾ, ਇਹ ਮਨ ਵਾਸ਼ਨਾ ਕੰਨੀ ਭੱਜਦਾ। ਕੋਈ ਸਤਨਾਮ ਜਿਵੇਂ ਬੱਚੇ ਨੂੰ ਮਿੱਠੇ ਦਾ ਸ਼ੌਂਕ ਹੈ ਨਾ, ਇਹਨੂੰ ਰਸਾਂ ਕਸਾਂ ਦਾ ਸ਼ੌਂਕ ਹੈ। ਇਹ ਆਪਣੇ ਸਰੀਰ ਨੂੰ ਛੱਡ ਕੇ ਬਾਹਰ ਭੱਜ ਗਿਆ, ਦੋਨੇ ਇਕੱਠੇ ਨਹੀਂ ਹੁੰਦੇ। ਕਾਇਆ ਕਮਲੀ, ਸਰੀਰ ਨੂੰ ਗਿਆਨ ਨਹੀਂ ਹੈ ਕਿਉਂਕਿ ਸਰੀਰ ਤਾਂ ਗੱਡੀ ਹੈ। ਤੁਹਾਡੀ ਗੱਡੀ ਨੂੰ ਕੀ ਗਿਆਨ ਹੈ ਕਿੱਧਰ ਜਾਣਾ, ਜਿੱਧਰ ਮੋੜੋਗੇ ਉੱਧਰ ਹੀ ਮੁੜ ਪੈਂਦੀ ਆ। ਕੋਈ ਸਤਨਾਮ ਸ੍ਰੀ। ਇਸੇ ਤਰ੍ਹਾਂ ਹੀ ਸਰੀਰ ਤਾਂ ਪਰਮੇਸ਼ਰ ਦੀ ਬਖਸ਼ੀ ਘੋੜੀ ਆ। ਦੇਹ ਘੋੜੀ ਜੀਓ ਜਿੱਤ ਚੜ੍ਹ ਹਰ ਪਾਇਆ, ਪਰ ਡਰਾਈਵਰ ਦੇ ਉੱਤੇ ਬਹਿੰਦਾ ਹੀ ਨਹੀਂਗਾ। ਗੱਡੀ ਸਾਈਡ 'ਤੇ ਲਾ ਕੇ ਆਪ ਕਿਧਰੇ ਹੋਰ ਭੱਜ ਜਾਂਦਾ। ਕੋਈ ਸਤਨਾਮ ਸ੍ਰੀ। ਤੁਹਾਨੂੰ ਇੱਥੇ ਬਿਠਾ ਗਿਆ, ਜਿਹੜਾ ਤੁਹਾਨੂੰ ਇੱਥੇ ਲੈ ਕੇ ਆਇਆ ਉਹ ਬਾਹਰ ਨਿਕਲ ਗਿਆ, ਫਿਰ ਕਿਵੇਂ ਸਮਝ ਆਵੇ। ਤਾਂ ਆਖਰੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ ਇਹ ਸਰੀਰ ਅੰਨਾ ਹੈ, ਕਮਲਾ ਹੈ, ਇਹਨੂੰ ਗਿਆਨ ਨਹੀਂ ਹੈ। ਹੰਸ ਇਆਣਾ, ਅੰਦਰਲਾ ਜੀਵ ਨਿਆਣਾ, ਨਿਆਣਿਆਂ ਵਾਲੀਆਂ ਗੱਲਾਂ ਕਰਦਾ। ਮੇਰੀ ਮੇਰੀ ਕਰਤ ਬਿਹਾਨੀਤਾ, ਤੇ ਸਾਰੀ ਜ਼ਿੰਦਗੀ ਮੈਂ ਮੇਰੀ ਕਰਦਾ ਹੀ ਲੰਘਾ ਦਿੰਦਾ। ਕੋਈ ਸਤਨਾਮ ਸ੍ਰੀ। ਪ੍ਰਣਵਤ ਨਾਨਕ ਨਾਂਗੀ ਦਾਜੈ, ਫਿਰ ਪਾਛੈ ਪਛਤਾਨੀਤਾ। ਤੇ ਅਖੀਰ ਇਹ ਜੀਵ ਆਤਮਾ ਸੰਸਾਰ 'ਚੋਂ ਨੰਗੀ ਚਲੀ ਜਾਂਦੀ ਹੈ। ਨਾਂਗੇ ਆਵਣ ਨਾਂਗੇ ਜਾਣਾ। ਇੱਥੇ ਨੰਗੇ ਹੋਣ ਦਾ ਇੱਕ ਇਸ਼ਾਰਾ ਕੀਤਾ ਵੀ ਜੇ ਸਾਡੇ ਸਰੀਰ 'ਤੇ ਕੱਪੜੇ ਨਾ ਹੋਣ ਤਾਂ ਕਿੰਨੇ ਕਰੂਪ ਲੱਗੀਏ ਆਪਾਂ। ਕੋਈ ਸਤਨਾਮ। ਇਸੇ ਤਰ੍ਹਾਂ ਸਾਡੀ ਜੀਵ ਆਤਮਾ ਨੂੰ ਜੇ ਗੁਰੂ ਦੇ ਬਖਸ਼ੇ ਨਾਮ ਦਾ ਕੱਪੜਾ ਨਹੀਂ ਮਿਲਿਆ, ਪ੍ਰੇਮ ਪਟੋਲਾ ਤੈਸਾ ਦਿੱਤਾ ਢੱਕਣ ਕੋ ਪਤ ਮੇਰੀ, ਦਾਨਾ ਬੀਨਾ ਸਾਈ ਮਹਿੰਡਾ ਨਾਨਕ ਸਾਰ ਨਾ ਜਾਣਾ ਤੇਰੀ। ਤੇਰੇ ਬਾਰੇ ਪੂਰਾ ਗਿਆਨ ਤਾਂ ਹੈ ਨਹੀਂ, ਪਰ ਇਹ ਗੱਲ ਦਾ ਪਤਾ ਲੱਗਿਆ ਕਿ ਤੈਂਡਾ ਸਿਮਰਨ ਹਬ ਕਿਛ ਲੱਦਾ, ਬਿਖਮ ਨ ਡਿਠਮ ਕੋਈ।
जिस पत रखे सच्चा साहिब नानक मेट न सकै कोई। इत्थे कपड़े ते नंगे होने का मतलब इज्जत नाल है। जिन्हां दी दरगाह विच इज्जत रहेगी, मानो उन्हां ने नाम का कंबल लिया होया, नाम का कपड़ा लिया होया उत्ते। भगत जना का लूंगरा ओढ़ नगर न होई, साकत सिर पौ रेशमी पैर तपत खोई। मनमुखां दे रेशमी चोले रेशमी कपड़े पाए होण, उन्हां दी फिर भी इज्जत नहीं रहनी। साधुआं दी कंबली लूंगरा कंबली सिंपल कपड़ा खेस दी बुक्कल, भाव परमेश्वर दा नाम है उन्हां दे कोल। को सतनाम सी। भाई बिधि चंद मझां दी चोरी कीती आ गुरु कोल आउण तो पहला। घर वाले जाग पे मगर पै गए, रौला पै गया, भज्जिया भज्जिया। पिंड दे विच एक साधु महापुरुष रब दे प्यारे गुरु अर्जन देव जी दे सिख आ रहिंदे सी। वो डेरे वल भज गया भी उत्थे जाके लुकीए। वो साधु अगे कंबली लैके बैठा बुक्कल मार के। भाई बिधि चंद कहते बचाओ बाबा जी बचाओ, की हो गया? कहना मैं चोरी की सी, लोग मगर पै गए, कुट के मार देणगे। अच्छा आ कंबली पई आ उत्ते लैके बुक्कल मार के तू बह जा। को सतनाम सी। ते भाई बिधि चंद जी कोल ही उन्होंने बुक्कल मार के कंबल दी बैठ गए। सियाल का समय तड़के तड़के अमृत वेले 4 बजे साधु भजन करी जाते महापुरुष। ये भी बह गए। पिछे ही पैर दबदे पिंड वाले आ गए, कहते डेरे च वड़िया, पता करो। साधुओं ने पुछते बाबा जी इत्थे कोई चोर नहीं आया? साधु कहने देख लो भाई, 2 जने बैठे असी चोर हैं कि साध हैं। को सतनाम ये तुसी देख लो। नहीं नहीं महाराज सोनू तो नहीं कहा, साडियां मझां चोरी कीतियां किसी ने। वो भज के इधर आ गया, कहने मझां छप्पड़ छुप्पड़ देख लो भाई, पता नहीं। बिधि चंद उत्थे बच गया। भगत जना का लूगरा ओढ़ नगर न होई, साकर सिर पौ रेशमे पैर तपत खोई। सो इस करके आओ गुरु दे नाम दे कपड़े नूं लै लईए। कहो सतनाम सी। साडी आत्मा जिहड़ी है, नहीं तो फिर प्रणवत नानक नांगी दज है। दज ना हुंदा सड़ना मचना, फिर टेढ़ियां जूना भी सड़ेगी, बार बार जमेगी मरेगी, जमेगी मरेगी। एक दुख राम राय काटो मेरा, अगन दहे यार गर्भ बसेरा। ये आत्मा बार बार फिर संसार विच बेइज्जती होवेगी। नांगी दज है, फिर पाछे पछतना नीता जोगी, फिर कुछ नहीं बनना। जे मनुखा हथों निकल गया शरीर, फिर कुछ नहीं बनना। उदों पहला पहला भई प्राप्त मानुख दे हुरिया, गोविंद मिलन की ए तेरी वरिया। अवर काज तेरा किता न काम मिल, साध संगत भज केवल नाम। सरंजाम लाग पौजल तरन कै, नहीं तो फिर जन्म बिरथा जात रंग माया कै। गुरु कृपा करन गुरु वाले बणीए। इत्थे विचारां नूं रोकदे हां, बोलदिआं अनेकां अखर बाध घाट हो जांदे। सिख संगतां ते सतगुरु बख्शण जोग है, बख्श लेना जी। समाप्ति करिए। बुलाओ फतेह पा फतेह। वाहिगुरु जी का खालसा, वाहिगुरु जी की फतेह। वाहिगुरु 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 वाहिगुरु। रामकली महला